Everybody. Good morning, sir. How are you? गुड मॉर्निंग सर। सत श्री ਅਕਾਲ ਸਾਰਿਆਂ ਨੂੰ Sashi. ਔਰ ਨਮਸਕਾਰ। ਅੱਜ ਅਸੀਂ ਫਿਰ ਲਾਈਵ ਹੋਏ ਹਾਂ। ਮੈਂ ਰਾਮ ਸ਼ਰਮਾ ਫਰੋਮ ਬੈਂਚ ਵੀਜ਼ਾ ਗਲੋਬਲ। ਅੱਜ ਅਸੀਂ ਲਾਈਵ ਹੋਏ ਹਾਂ ਕੈਨੇਡਾ ਦੀ ਇੱਕ ਬਹੁਤ ਓਲਡੈਸਟ ਯੂਨੀਵਰਸਿਟੀ ਪਬਲਿਕ ਯੂਨੀਵਰਸਿਟੀ ਨੂੰ ਲੈ ਕੇ ਅਕਾਡੀਆ ਯੂਨੀਵਰਸਿਟੀ, ਜਿਹੜੀ ਕਿ ਨੋਵਾ ਸਕੋਸ਼ੀਆ ਦੇ ਵਿੱਚ ਅਵੇਲੇਬਲ ਹੈ। ਔਰ ਅਸੀਂ ਅੱਜ ਯੂਨੀਵਰਸਿਟੀ ਦੇ ਬਾਰੇ ਗੱਲ ਕਰਾਂਗੇ, ਜਿਹਦੇ ਵਿੱਚ ਅਸੀਂ ਯੂਨੀਵਰਸਿਟੀ ਕਿਹੜੇ ਕਿਹੜੇ ਪ੍ਰੋਗਰਾਮ ਚਲਾ ਰਹੀ ਹੈ, ਪ੍ਰੋਗਰਾਮ ਤੋਂ ਇਲਾਵਾ ਕੀ ਐਪਲੀਕੇਸ਼ਨ ਫੀਸ ਹੈ ਯੂਨੀਵਰਸਿਟੀ ਦੀ, ਔਰ ਯੂਨੀਵਰਸਿਟੀ ਦੀ ਕੀ ਫੀਸ ਹੈ, ਔਰ ਉਸ ਤੋਂ ਇਲਾਵਾ ਯੂਨੀਵਰਸਿਟੀ ਜੋਬ ਦੇ ਰਹੀ ਹੈ, ਸਕਾਲਰਸ਼ਿਪ ਦੇ ਰਹੀ ਹੈ, ਔਰ ਉੱਥੇ ਅਕਮੋਡੇਸ਼ਨ ਔਰ ਯੂਨੀਵਰਸਿਟੀ ਦੇ ਵਿੱਚ ਉਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਔਰ ਯੂਨੀਵਰਸਿਟੀ ਦੇ ਬਾਹਰ ਕਿਸ ਤਰ੍ਹਾਂ ਦੇ ਬੱਚਿਆਂ ਦੇ ਪਾਰਟ ਟਾਈਮ ਤੇ ਫੁੱਲ ਟਾਈਮ ਜੌਬ अपॉर्चुनिटीज अवेलेबल है। सो मेरे नाल आज लाइव हुए ने मिस्टर करण गुप्ता जी, जो कि अकाडिया यूनिवर्सिटी के मार्केटिंग मैनेजर ने नॉर्थ है। सो मैं करण जी को कहूँगा कि स्टार्ट करें प्लीज, और Sure, sir. वेलकम यू। यस सर। Thank you. Thank you very much, Ram sir. Thank you very much, Team Belch Visa Global. आज ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਤੁਹਾਡੇ ਨਾਲ ਰੂਬਰੂ ਹੋਣ ਦਾ, ਤੁਹਾਡੇ ਥਰੂ ਤੁਹਾਡੇ ਵਿਊਅਰਸ ਦੇ ਨਾਲ ਰੂਬਰੂ ਹੋਣ ਦਾ। ਆਈ ਐਮ ਰੀਅਲੀ ਥੈਂਕਫੁਲ ਫॉर द सेम ਸਰ। ਮੇਰਾ ਨਾਮ ਕਰਨ ਗੁਪਤਾ ਹੈ, ਮੈਂ ਮਾਰਕੀਟਿੰਗ ਮੈਨੇਜਰ ਨਾਰਥ ਇੰਡੀਆ ਫॉर ਅਕੈਡੀਆ ਯੂਨੀਵਰਸਿਟੀ, ਜਿਹੜੀ ਕਿ ਨੋਵਾ ਸਕੋਸ਼ੀਆ ਪ੍ਰੋਵਿੰਸ ਈਸਟਰਨ ਕੈਨੇਡਾ ਦੇ ਵਿੱਚ ਲੋਕੇਟਡ ਹੈਗੀ ਹੈ। ਨੋਵਾ ਸਕੋਸ਼ੀਆ ਦਾ ਜਿਹੜਾ ਪ੍ਰੋਵਿੰਸ ਹੈ ਇਹ ਐਟਲਾਂਟਿਕ ਪ੍ਰੋਵਿੰਸ ਕਾਊਂਟ ਹੁੰਦਾ ਹੈ, ਤੇ ਸਭ ਤੋਂ ਪੋਪੂਲਸ ਐਟਲਾਂਟਿਕ ਪ੍ਰੋਵਿੰਸ ਨੋਵਾ ਸਕੋਸ਼ੀਆ ਪ੍ਰੋਵਿੰਸ ਹੈਗਾ ਹੈ। ਇਹ ਈਸਟਰਨ ਪਾਰਟ ਆਫ ਕੈਨੇਡਾ ਦੇ ਵਿੱਚ ਲੋਕੇਟਡ ਹੁੰਦੇ ਨੇ, ਲਾਈਕ ਜੋ ਵੀ ਐਟਲਾਂਟਿਕ ਪ੍ਰੋਵਿੰਸਸ ਨੇ ਇਹ ਐਟਲਾਂਟਿਕ ਓਸ਼ਨ ਤੋਂ ਸਰਾਊਂਡਡ ਨੇ। ਨੋਵਾ ਸਕੋਸ਼ੀਆ ਪ੍ਰੋਵਿੰਸ ਇੱਕ ਰਾਈਜ਼ਿੰਗ ਇਕੋਨਮੀ ਵੀ ਹੈਗੀ ਹੈ ਇਸ ਵਕਤ, ਬਿਕੋਜ਼ ਆਫ ਦ ਪੋਰਟਸ ਐਂਡ ਹਾਰਬਰਸ, ਜਿਹੜੇ ਕਿ ਉੱਥੇ ਇੰਪੋਰਟ ਐਕਸਪੋਰਟ ਦੀ ਐਕਟੀਵਿਟੀਜ਼ ਰੈਗੂਲਰਲੀ ਹੋ ਰਹੀਆਂ ਨੇ। ਇਸ ਕਰਕੇ ਨੋਵਾ ਸਕੋਸ਼ੀਆ ਪ੍ਰੋਵਿੰਸ ਕਾਫੀ ਰਾਈਜ਼ਿੰਗ, ਕਾਫੀ ਬੂਮਿੰਗ ਇਕੋਨਮੀ ਹੈ ਇਸ ਵਕਤ ਕੈਨੇਡਾ ਦੇ ਵਿੱਚ। ਤੇ ਅਕੈਡੀਆ ਯੂਨੀਵਰਸਿਟੀ 1838 ਦੇ ਵਿੱਚ 1838 ਵਿੱਚ ਐਸਟੈਬਲਿਸ਼ ਹੋਈ ਸੀਗੀ ਇਨ नोवा स्कॉशिया प्रोविंस। एंड इसके साथ साथ अकेडिया यूनिवर्सिटी की अगर मैं रेटिंग की बात करूं राम सर, तो अकेडिया यूनिवर्सिटी कनाडा की वन ऑफ द टॉप 5 अंडर ग्रेजुएट यूनिवर्सिटीज़ में से एक है, यानी कि वी आर वन ऑफ द टॉप 5 अंडर ग्रेजुएट यूनिवर्सिटीज़ इन कनाडा। यस सर, यस सर, यू आर राइट सर। राइट। सो ਅੱਜ ਜੋ ਕਿ ਮੇਨ ਪੁਆਇੰਟਸ ਮੈਂ ਕਵਰ ਕਰਨਾ ਚਾਹੂँਗਾ ਅਕੈਡੀਆ ਯੂਨੀਵਰਸਿਟੀ ਦੇ ਰਿਲੇਟਡ, ਉਹ ਜੋ ਸਾਡੇ ਜਨਵਰੀ 2021 ਇਨਟੇਕਸ ਦੇ ਲਈ ਅਸੀਂ ਐਪਲੀਕੇਸ਼ਨਸ ਇਨਵਾਈਟ ਕਰ ਰਹੇ ਨੇ, ਕੀ ਪ੍ਰੋਗਰਾਮਸ ਨੇ, ਕੀ ਉਹਨਾਂ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ, ਉਸ ਬਾਰੇ ਅਸੀਂ ਗੱਲ ਕਰਾਂਗੇ। तो मैं शुरू करना चाहूँगा सर विद अ ब्रीफ अबाउट द लेट अस टॉक अबाउट द लाइफ इन नोवा स्कॉशिया। यस सर, किस यस तरह ਦੀ ਲਾਈਫ, ਕਿਸ ਤਰ੍ਹਾਂ ਦੀ ਵਰਕ ਓਪਰਚ्युनिटीज ਨੋਵਾ ਸਕੋਸ਼ੀਆ ਪ੍ਰੋਵਿੰਸ ਦੇ ਵਿੱਚ ਹੈਗੀਆਂ, ਰਾਈਟ। ਫਿਰ ਨੋਵਾ ਸਕੋਸ਼ੀਆ ਦੇ ਜਿਸ ਰੀਜਨ ਦੇ ਵਿੱਚ ਅਕੈਡੀਆ ਯੂਨੀਵਰਸਿਟੀ ਲੋਕੇਟਡ ਹੈ ਉਹਨੂੰ ਆਪਾਂ ਹਾਰਟ ਆਫ ਐਨਾਪੋਲਿਸ ਵੈਲੀ ਕਹਿੰਦੇ ਹਾਂ, ਯਾਨੀ ਐਨਾਪੋਲਿਸ ਵੈਲੀ ਦੇ ਵਿੱਚ ਉਹ ਲੋਕੇਟਡ ਹੈ। ਇਹਦੇ ਨਾਲ ਨਾਲ ਨੋਵਾ ਸਕੋਸ਼ੀਆ ਦੀ ਵਿੱਚ ਇੱਕ ਪੁਆਇੰਟ ਹੈਗਾ, ਇੱਕ ਜਗ੍ਹਾ ਹੈਗੀ ਹੈ ਬੇ ਆਫ ਫੰਡੀ, ਜਿਹੜੀ ਕਿ ਅਕੈਡੀਆ ਯੂਨੀਵਰਸਿਟੀ ਦੇ ਕੁਆਇਟ ਕਲੋਜ਼ ਹੈ। ਬੇ ਆਫ ਫੰਡੀ ਉਹ ਪੁਆਇੰਟ ਹੈਗਾ ਜਿੱਥੇ ਦੁਨੀਆ ਦੇ ਹਾਈਐਸਟ ਟਾਈਡਸ, ਜਿਹੜੇ ਕਿ ਸੀ ਟਾਈਡਸ ਹੁੰਦੇ ਨੇ, ਉਹ ਹਾਈਐਸਟ ਟਾਈਡਸ ਦੁਨੀਆ ਦੇ ਜਿਹੜੇ ਕਿ 50 ਫੀਟ ਤੱਕ ਚਲੇ ਜਾਂਦੇ ਨੇ, ਉਹ ਬੇ ਆਫ ਫੰਡੀ ਦੇ ਵਿੱਚ ਰਿਕਾਰਡ ਹੁੰਦੇ ਨੇ। ਤੇ ਵਰਲਡਸ ਹਾਈਐਸਟ ਟਾਈਡਸ ਵਾਸਤੇ ਉਹ ਏਰੀਆ ਕੁਆਇਟ ਫੇਮਸ ਹੈ। ਇਸ ਤੋਂ ਇਲਾਵਾ ਇਸ ਪਾਰਟ ਦੇ ਵਿੱਚ ਵਾਈਨਰੀਜ਼, ਪੀਸਫੁਲ ਕੋਸਟਸ, ਆਊਟਡੋਰ ਐਕਟੀਵਿਟੀਜ਼, ਐਡਵੈਂਚਰ ਐਕਟੀਵਿਟੀਜ਼ ਜਿਹੜੀਆਂ ਨੇ, ਜਿੱਦਾਂ ਕਿ ਆਈਸ ਸਕੀਇੰਗ ਜਾਂ ਕੋਈ ਵਾਟਰ ਰਿਲੇਟਡ ਐਕਟੀਵਿਟੀਜ਼, ਉਹ ਬਹੁਤ ਫੇਮਸ ਨੇ। ਤੇ ਇਨੀ ਫੀਲਡਸ ਦੇ ਵਿੱਚ ਲਾਈਕ ਸੀ ਫੂਡ ਰੈਸਟੋਰੈਂਟਸ ਹੋ ਗਏ, ਵਾਈਨਰੀਜ਼ ਹੋ ਗਈ, ਜਾਂ ਬਾਕੀ ਜਿਹੜੀ ਆਊਟਡੋਰ ਐਡਵੈਂਚਰ ਐਕਟੀਵਿਟੀਜ਼ ਨੇ, ਇਹਨਾਂ ਫੀਲਡਸ ਦੇ ਵਿੱਚ ਇਨੀਸ਼ੀਅਲੀ ਸਟੂਡੈਂਟਸ ਜਦੋਂ ਇੰਟਰਨੈਸ਼ਨਲ ਸਟੂਡੈਂਟ ਇੱਕ ਪੜ੍ਹਨ ਜਾਂਦਾ ਹੈ, ਉਹ ਪਾਰਟ ਟਾਈਮ ਜੌਬ ਅਪਰਚੁਨਿਟੀਜ਼ ਇਹਨਾਂ ਦੇ ਵਿੱਚ ਚੂਜ਼ ਕਰ ਸਕਦਾ ਹੈ। ओके सर।
ਰਾਈਟ। ਟਾਕਿੰਗ ਅਬਾਊਟ ਪੋਸਟ ਸਟੱਡੀ ਵਰਕ ਅਪਰਚੁਨਿਟੀਜ਼, ਜੋ ਕਿ ਪ੍ਰੋਗਰਾਮਸ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ, ਉਹ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਜਿਹੜੀ ਕਿ ਯੂਨੀਵਰਸਿਟੀ ਨੇ ਇੱਕ ਸਿਲੈਕਟਡ ਲਿਸਟ ਦਿੱਤੀ ਹੋਈ ਹੈ ਕਿ ਅਸੀਂ ਇਹਨਾਂ ਪ੍ਰੋਗਰਾਮਸ ਵਾਸਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਰਿਕਰੂਟ ਕਰ ਸਕਦੇ ਹਾਂ। ਉਹ ਫਸਟ ਆਫ ਆਲ ਅਗਰ ਮੈਂ ਪੋਪੂਲਰ ਪ੍ਰੋਗਰਾਮਸ ਦੀ ਗੱਲ ਕਰਾਂ, ਬੈਚਲਰਸ ਆਫ ਆਰਟਸ ਇਨ ਇਕਨੋਮਿਕਸ, ਬੈਚਲਰਸ ਆਫ ਕੰਪਿਊਟਰ ਸਾਇੰਸ, ਬੈਚਲਰਸ ਆਫ ਅਪਲਾਈਡ ਕੰਪਿਊਟਰ ਸਾਇੰਸ, ਇਸ ਦੇ ਨਾਲ ਨਾਲ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ। ਇਹ ਕੁਝ ਪੋਪੂਲਰ ਪ੍ਰੋਗਰਾਮਸ ਨੇ। ਓਵਰਆਲ ਅਗਰ ਮੈਂ ਟੋਟਲ ਅਕੈਡੀਆ ਯੂਨੀਵਰਸਿਟੀ ਦੀ ਗੱਲ ਕਰਾਂ, ਤੇ ਸਾਡੇ ਕੋਲ 3 ਫੈਕਲਟੀਜ਼ ਦੇ ਵਿੱਚ 30 ਮੇਜਰਸ ਤੇ 200 ਪਲੱਸ ਡਿਗਰੀ ਆਪਸ਼ਨਸ ਨੇ। ਸਾਰੇ ਪ੍ਰੋਗਰਾਮਸ ਸਾਡੇ ਅੰਡਰ ਗ੍ਰੈਜੂਏਟ ਡਿਗਰੀਜ਼ ਨੇ, ਜਿਨ੍ਹਾਂ ਦੀ ਡਿਊਰੇਸ਼ਨ 4 ਇਅਰਸ ਹੈਗੀ ਹੈ। ਓਕੇ ਰਾਈਟ। ਸਰ ਹੁਣ ਵੈਸੇ ਮੇਨ ਬਹੁਤ ਹਾਈਲਾਈਟ ਜੀ, ਸੌਰੀ ਮੈਂ ਗੱਲ ਕਰ ਰਿਹਾ ਸਰ, ਇਹ ਵੀ ਬਹੁਤ ਅੱਛਾ ਕੀਤਾ ਤੁਸੀਂ ਕੀਤਾ ਪੋਸਟ ਸਟੱਡੀ ਵਰਕ ਪਰਮਿਟ ਦੇ ਰਿਗਾਰਡਿੰਗ, ਬਿਕਾਜ਼ ਮੋਸਟ ਆਫ ਦਾ ਟਾਈਮ ਸਟੂਡੈਂਟਸ ਦਾ ਇਹ ਕੁਐਸਚਨ ਹੁੰਦਾ ਵੀ ਜਦੋਂ ਅਸੀਂ ਕਾਲਜ ਲੈ ਰਹੇ ਹਾਂ ਵੀ ਉਹਦਾ ਇੱਕ ਡੀਐਲਆਈ ਨੰਬਰ ਹੈ, ਉਹਦਾ ਪੋਸਟ ਸਟੱਡੀ ਵਰਕ ਪਰਮਿਟ ਹੈ। ਬੱਚੇ ਕੁਐਸਚਨ ਤੇ ਕਰਦੇ ਜ਼ਰੂਰ ਨੇ, ਪਰ ਮੋਸਟ ਆਫ ਟਾਈਮ ਬੱਚੇ ਨੂੰ ਆਪ ਚੈੱਕ ਕਰਨਾ ਨਹੀਂ ਆਉਂਦਾ ਇਸ ਚੀਜ਼ ਨੂੰ ਕਿ ਇਹ ਕਿੱਥੇ ਅਸੀਂ ਅਵੇਲੇਬਲ ਅਸੀਂ ਚੈੱਕ ਕਰ ਸਕਦੇ ਹਾਂ ਕਿ ਸਟੱਡੀ ਵਰਕ ਪਰਮਿਟ ਹੈ, ਡੀਐਲਆਈ ਨੰਬਰ ਹੈ। ਮੈਂ ਮੋਸਟ ਆਫ ਦਾ ਟਾਈਮ ਮੈਂ ਬੱਚਿਆਂ ਨੂੰ ਗਾਈਡ ਕਰਦਾ ਕਿ ਤੁਸੀਂ ਕੈਨੇਡਾ ਦੀ ਐਮਬੈਸੀ ਦੀ ਡੀਐਲਆਈ ਸਰਚ ਕਰੋ, ਗੂਗਲ ਦੇ ਵਿੱਚ ਤੁਹਾਡੇ ਕੋਲ ਆ ਜਾਏਗੀ, ਜਿਹਦੇ ਵਿੱਚ ਤੁਸੀਂ ਕ੍ਰਾਸ ਚੈੱਕ ਕਰ ਸਕਦੇ ਹੋ ਹਰ ਇੱਕ ਯੂਨੀਵਰਸਿਟੀ, ਹਰ ਇੱਕ ਇੰਸਟੀਟਿਊਸ਼ਨ ਦੀ ਪੋਸਟ ਸਟੱਡੀ ਵਰਕ ਪਰਮਿਟ ਹੈ ਜਾਂ ਨਹੀਂ। ਬੇਸਿਕਲੀ ਹਰ ਬੱਚੇ ਦਾ ਮੁੱਦਾ ਵੀ ਇਹੀ ਹੈ ਜਾਣਦਾ ਕਿ ਮੈਂ ਆਫਟਰ ਸਟੱਡੀ ਕਰਨ ਤੋਂ ਬਾਅਦ ਜਾਂ ਡਿਗਰੀ, ਡਿਪਲੋਮਾ ਜਾਂ ਮਾਸਟਰਸ ਕਰਨ ਤੋਂ ਬਾਅਦ ਮੇਰਾ ਕੀ ਫਿਊਚਰ ਹੈ ਉੱਥੇ, ਕਿਉਂਕਿ ਪੇਰੈਂਟਸ ਜਿਹੜਾ ਪੈਸਾ ਲਾ ਰਿਹਾ ਅਲਟੀਮੇਟਲੀ ਉਹਦੀ ਆਰਓਆਈ ਰਿਟਰਨ ਆਫ ਇਨਵੈਸਟਮੈਂਟ ਦੀ ਦੇਖੀ ਜਾਂਦੀ ਹੈ ਕਿ ਬੱਚੇ ਦਾ ਕੀ ਫਿਊਚਰ ਕੀ ਹੈ। ਵੀ ਕੱਲ ਨੂੰ ਇੰਨਾ ਪੈਸਾ ਲਗਾਉਣ ਤੋਂ ਬਾਅਦ ਵੀ ਬੱਚਾ ਵਾਪਸ ਤਾਂ ਨਹੀਂ ਆ ਜਾਏਗਾ। ਜੇ ਬੱਚਾ ਉੱਥੇ ਰਹੇਗਾ ਤੇ ਬੱਚੇ ਕੋਲ ਕਿੱਦਾਂ ਦੀ ਜੌਬ ਰਹੇਗੀ, ਕਿੱਦਾਂ ਦਾ ਬੱਚੇ ਦਾ ਫਿਊਚਰ ਰਹੇਗਾ। ਸੋ ਇਹ ਵੀ ਬਹੁਤ ਵੱਡਾ ਕੁਐਸਚਨ ਹੈ। ਸੋ ਅਕੈਡੀਆ ਯੂਨੀਵਰਸਿਟੀ ਨੂੰ ਲੈ ਕੇ ਮੈਂ ਇਹ ਸੋਚਦਾ ਕਿ ਸ਼ਾਇਦ ਬੱਚੇ ਦੇ ਦਿਮਾਗ ਤੇ ਇਹ ਕੁਐਸਚਨ ਨਹੀਂ ਆਉਣਾ ਚਾਹੀਦਾ, ਕਿਉਂਕਿ ਪਬਲਿਕ ਯੂਨੀਵਰਸਿਟੀ ਹੈ, ਪੋਸਟ ਸਟੱਡੀ ਵਰਕ ਪਰਮਿਟ ਹੈ, ਜਿਵੇਂ ਤੁਸੀਂ ਦੱਸਿਆ ਸੀ। So this is the plus point for you. Exactly sir, बिल्कुल आपने सही कहा है, बिल्कुल ਕਰੈਕਟ ਵਰਡਸ ਦੇ ਵਿੱਚ ਉਹਨੂੰ ਫਰੇਮ ਕੀਤਾ ਹੈ ਕਿ ਜਿਹੜਾ DLI ਨੰਬਰ ਹੈਗਾ ਹੈ, ਜਿਹੜਾ PGWP ਹੈਗਾ, ਪੋਸਟ ਸਟੱਡੀ ਵਰਕ ਓਪਰਚੁਨਿਟੀਜ਼ ਹੈਗੀਆਂ ਨੇ, ਉਹਨਾਂ ਦੇ ਬਾਰੇ ਸਟੂਡੈਂਟ ਨੂੰ ਜ਼ਰੂਰ ਇਨਫੋਰਮੇਸ਼ਨ ਲੈ ਕੇ ਹੀ ਆਪਣਾ ਫਿਊਚਰ ਕੋਰਸ ਪੇਰੈਂਟਸ ਨੂੰ ਲਾਈਕ ਇਨਵੈਸਟ ਕਰਨ। ਇੱਕ ਵੱਡੀ ਇਨਵੈਸਟਮੈਂਟ ਹੈਗੀ ਹੈ, ਓਬਵੀਅਸਲੀ ਐਜੂਕੇਸ਼ਨ ਇੱਕ ਇਨਵੈਸਟਮੈਂਟ ਹੀ ਹੁੰਦੀ ਹੈ ਪਹਿਲਾਂ, ਉਸ ਤੋਂ ਬਾਅਦ ਜਦੋਂ ਜੌਬ ਲੱਗਦੇ ਆ ਫਿਰ ਆਪਣੇ ਕਰੀਅਰ ਨੂੰ ਇੱਕ ਤਰ੍ਹਾਂ ਦੀ ਸ਼ੇਪ ਦਿੰਦੇ ਆ, ਆਪਣੀ ਲਾਈਫ ਨੂੰ ਇੱਕ ਤਰ੍ਹਾਂ ਦੀ ਸ਼ੇਪ ਦਿੰਦੇ ਆ। ਤੇ ਇੰਟਰਨੈਸ਼ਨਲ ਸਟੱਡੀ ਡੈਸਟੀਨੇਸ਼ਨ ਚੂਜ਼ ਕਰਨਾ, ਇੰਸਟੀਟਿਊਟ ਚੂਜ਼ ਕਰਨਾ, ਰਾਈਟ ਪ੍ਰੋਗਰਾਮ ਚੂਜ਼ ਕਰਨਾ, ਇਹ ਇੱਕ ਬਹੁਤ ਵੱਡਾ ਟਾਸਕ ਰਹਿੰਦਾ ਹੈ। ਪੇਰੈਂਟਸ ਤੇ ਸਟੂਡੈਂਟਸ ਬਹੁਤ ਸ਼ੁਰੂ ਤੋਂ ਹੀ ਲਾਈਕ 9th 10th ਤੋਂ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਵੀ ਇਸ ਚੀਜ਼ ਦੇ ਲਈ ਲਾਈਕ ਸਰਚ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਆਈ ਵੁੱਡ ਲਾਈਕ ਟੂ ਹਾਈਲਾਈਟ ਵਨ ਪੁਆਇੰਟ ਸਰ ਕਿ ਸਟੱਡੀ ਅਬਰੋਡ ਪ੍ਰੋਗਰਾਮ ਇੰਨਾ ਫੇਮਸ ਹੋ ਗਿਆ ਸਰ ਆਮ ਪਬਲਿਕ ਦੇ ਵਿੱਚ, ਉਹਨਾਂ ਨੇ ਕਦੇ ਅੱਜ ਤੋਂ ਪਹਿਲਾਂ ਸੋਚਿਆ ਵੀ ਨਹੀਂ ਸੀ ਵੀ ਅਸੀਂ ਬੱਚਾ ਬਾਹਰ ਭੇਜੀਏ। ਹੁਣ ਉਹ ਪੇਰੈਂਟਸ ਵੀ ਬਹੁਤ ਜ਼ਿਆਦਾ ਕੌਨਸ਼ੀਅਸ ਨੇ ਔਰ ਬਹੁਤ ਜ਼ਿਆਦਾ ਅਵੇਅਰ ਨੇ। ਉਹ ਸਾਡੇ ਕੋਲ 9ਵੀਂ 10ਵੀਂ ਤੋਂ ਹੀ ਆ ਜਾਂਦੇ ਆ ਕਿ ਹਾਂਜੀ ਸਰ ਬੱਚੇ ਨੂੰ ਭੇਜਣਾ, ਦੱਸੋ ਜੀ ਕੀ ਕਰਨਾ। ਹੁਣ ਮਤਲਬ ਇਨਕੁਆਇਰੀ ਸਟਾਰਟ ਹੋ ਗਈਆਂ ਸਾਡੀ ਸਰਾਊਂਡਿੰਗ, ਜਿੱਥੇ ਅਸੀਂ ਰਹਿੰਦੇ ਹਾਂ ਜਾਂ ਇਹਨਾਂ ਨਾਲ ਮਿਲਦੇ ਹਾਂ, ਜੋ ਰਿਸ਼ਤੇਦਾਰ ਨੇ, ਉਹ ਸਾਰੇ ਕੁਐਸਚਨ ਲੈ ਕੇ ਆਉਂਦੇ ਵੀ ਸਰ ਦੱਸੋ ਤੁਸੀਂ ਕਿਹੜੀ ਯੂਨੀਵਰਸਿਟੀ ਭੇਜੀਏ, ਕੀ ਪ੍ਰੋਗਰਾਮ ਭੇਜੀਏ। ਸੋ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਵੀ ਸਟੱਡੀ ਅਬਰੋਡ ਪ੍ਰੋਗਰਾਮ ਇੱਕ ਕਾਸਟਲੀ ਪ੍ਰੋਗਰਾਮ ਹੈ ਔਰ ਇਹਦੇ ਤੇ ਬੱਚਿਆਂ ਨੂੰ ਪ੍ਰੋਗਰਾਮ ਕੋਈ ਯੂਨੀਵਰਸਿਟੀ ਇੰਸਟੀਟਿਊਸ਼ਨ ਚੂਜ਼ ਕਰਨਾ ਜ਼ਰੂਰੀ ਹੈ। ਰਾਈਟ ਸਰ, ਰਾਈਟ। ਤੇ ਇਸੇ ਕੰਟੀਨਿਊਇੰਗ ਫਰਦਰ ਸਰ, ਲਾਈਕ ਅਕੈਡੀਆ ਯੂਨੀਵਰਸਿਟੀ ਦੇ ਜਿਹੜੇ ਹਾਈਲਾਈਟਸ ਨੇ ਰਿਲੇਟਡ ਟੂ ਦੈਟ ਓਨਲੀ ਲਾਈਕ ਪ੍ਰੋਗਰਾਮਸ ਦੇ ਵਿੱਚ ਜਾਂ ਕੁਝ ਹੋਰ, ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਕੈਡੀਆ ਯੂਨੀਵਰਸਿਟੀ ਵਨ ਆਫ ਦਾ ਟੌਪ ਰੈਂਕਡ ਹੋਣੇ ਦੇ ਨਾਲ ਨਾਲ ਇੱਕ ਚੀਜ਼ ਦੇ ਲਈ ਬਹੁਤ ਸਪੈਸੀਫਿਕ ਹੈ, ਉਹ ਹੈ ਸਾਡੇ ਇਨਟੇਕਸ। ਜੋ ਵੀ ਸਾਡੀ ਨੰਬਰ ਆਫ ਸੀਟਸ ਨੇ, ਜੋ ਵੀ ਨੰਬਰ ਆਫ ਸਟੂਡੈਂਟਸ ਅਸੀਂ ਇੱਕ ਇਨਟੇਕ ਦੇ ਵਿੱਚ ਡਿਸਾਈਡ ਕਰਦੇ ਨੇ, ਆਪਾਂ ਉਤਨੀ ਹੀ ਐਡਮਿਸ਼ਨਸ ਨੂੰ ਫਰਦਰ ਪਰਸਿਊ ਕਰਦੇ ਨੇ। ਰੀਜ਼ਨ ਇਹਦਾ ਇਹ ਹੈ ਕਿ ਸਰ ਸਾਡਾ ਸਟੂਡੈਂਟ ਟੂ ਫੈਕਲਟੀ ਰੇਸ਼ੀਓ ਜਿਹੜਾ ਅਕੈਡੀਆ ਯੂਨੀਵਰਸਿਟੀ ਦਾ ਹੈਗਾ ਹੈ ਉਹ 15:1 ਦਾ ਹੈਗਾ, ਯਾਨੀ ਕਿ ਹਰ 15 ਬੱਚਿਆਂ ਉੱਤੇ ਇੱਕ ਫੈਕਲਟੀ ਮੈਂਬਰ ਹੈਗਾ। तो we maintain our student to faculty ratio very specifically.
ਯੂਨੀਵਰਸਿਟੀ ਫੈਕਲਟੀ ਦਾ ਇਹ ਵੀ ਮੰਨਣਾ ਹੈਗਾ ਹੈ ਕਿ ਜਿਹੜਾ ਸਟੂਡੈਂਟ ਇੱਕ ਵਾਰ ਐਡਮਿਸ਼ਨ ਲੈ ਜਾਂਦਾ ਹੈ, ਉੱਥੇ ਸਟੂਡੈਂਟ ਪੜ੍ਹਨ ਆ ਜਾਂਦਾ ਹੈ, ਉਹਨੂੰ ਉਹਦੇ ਏਰੀਆ ਆਫ ਇੰਟਰਸਟ, ਉਹਦੀ ਮਾਈਂਡਸੈਟ, ਉਹਦਾ ਜਿਹੜਾ ਐਪਟੀਟਿਊਡ ਹੈ, ਉਹਦੇ ਬੇਸਿਸ ਤੇ ਕਰਦੀ ਯੂਨੀਵਰਸਿਟੀ। ਤੁਸੀਂ ਇਸ ਪ੍ਰੋਗਰਾਮ ਨੂੰ ਪਰਸਿਊ ਕਰ ਰਹੇ ਹੋ, ਅਗਰ ਯੂਨੀਵਰਸਿਟੀ ਫੈਕਲਟੀ ਨੂੰ ਲੱਗਦਾ ਹੈ ਕਿ ਹਾਂ ਬਈ ਸਟੂਡੈਂਟ ਕੁਝ ਹੋਰ ਐਕਸਟਰਾ ਪੜ੍ਹ ਸਕਦਾ ਹੈ ਜਾਂ ਈਵਨ ਪ੍ਰੋਗਰਾਮ ਨੂੰ ਚੇਂਜ ਕਰਨਾ ਚਾਹੁੰਦਾ ਹੈ, ਤੇ ਉਹਦੇ ਵਿੱਚ ਕਾਫੀ ਸਪੋਰਟ ਯੂਨੀਵਰਸਿਟੀ ਫੈਕਲਟੀ ਸਟੂਡੈਂਟ ਨੂੰ ਦਿੰਦੀ ਹੈ, ਰਾਈਟ। ਸਾਡੇ ਲਈ ਇੱਕ ਸਟੂਡੈਂਟ, ਸਪੈਸੀਫਿਕਲੀ ਇੱਕ ਇੰਟਰਨੈਸ਼ਨਲ ਸਟੂਡੈਂਟ, ਜਦੋਂ ਇੰਡੀਆ ਤੋਂ ਸਰ ਇੱਕ ਛੋਟੀ ਉਮਰ ਦੇ ਵਿੱਚ ਇੱਕ ਕੰਟਰੀ ਦੇ ਵਿੱਚ, ਇੱਕ ਅਨਨੋਨ ਪਲੇਸ ਦੇ ਵਿੱਚ, ਨਵੇਂ ਲੋਕਾਂ ਦੇ ਵਿੱਚ ਜਾਏਗਾ, ਉਹਨੂੰ ਤਰ੍ਹਾਂ ਤਰ੍ਹਾਂ ਦੇ ਚੈਲੰਜਸ ਆਉਣਗੇ। ਤੇ ਉਸ ਬਿਲਕੁਲ ਸਰ। ਪੁਆਇੰਟ ਆਫ ਵਿਊ ਨੂੰ ਅਗਰ ਅਸੀਂ ਕੰਸੀਡਰ ਕਰੀਏ, ਸਾਡਾ ਸਟੂਡੈਂਟ ਟੂ ਫੈਕਲਟੀ ਰੇਸ਼ੀਓ ਅਸੀਂ ਇਸ ਕਰਕੇ ਹੀ ਮੇਨਟੇਨ ਕਰਕੇ ਚੱਲਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਕੋਈ ਵੀ ਕੁਐਰੀ ਹੋਵੇ, ਕੋਈ ਵੀ ਐਡਵਾਈਸ ਚਾਹੀਦੀ ਹੈ, ਤੇ ਯੂਨੀਵਰਸਿਟੀ ਫੈਕਲਟੀ ਇਜ਼ ਆਲਵੇਜ਼ देयर टू हेल्प देम। तो वी आर वेरी मच स्पेसिफिक अबाउट दिस पॉइंट सर कि साਡਾ जो इनटेक है, एवरेज क्लास साइज अकैडिया यूनिवर्सिटी ਦੇ प्रोग्राम्स ਦਾ 28 स्टूडेंट्स ਦਾ ਹੈ, सिर्फ 28 स्टूडेंट्स। तो ਵੈਰੀ ਗੁੱਡ ਸਰ, ਵੈਰੀ ये ਗੁੱਡ। ਬੱਚਿਆਂ ਦੀ ਫੋਕਸ ਵੀ ਰਹਿੰਦਾ, ਬੱਚੇ ਵੀ ਉਸ ਨਾਲ ਮਤਲਬ ਟੀਚਰਸ ਦੇ ਨਾਲ, ਫੈਕਲਟੀ ਦੇ ਨਾਲ ਕੰਫਰਟੇਬਲ ਹੋ ਜਾਂਦੇ ਆ। ਮਤਲਬ ਕਿ ਸਟਾਫ ਦੇ ਰੇਸ਼ੋ ਮਤਲਬ ਬਹੁਤ ਜ਼ਿਆਦਾ ਰੇਸ਼ੋ 'ਚ ਬੱਚੇ ਨਹੀਂ ਹੈ, ਔਰ ਟੀਚਰ ਫੈਕਲਟੀ ਦੇ ਪ੍ਰੋਪਰ ਰਹਿੰਦਾ, ਬੱਚਾ ਨੂੰ ਕੰਫਰਟੇਬਲ ਹੁੰਦਾ। ਸਰ ਹੁਣ ਇਹ ਪਹਿਲਾ ਕੁਐਸਚਨ ਸਰ ਇਹ ਹੈ ਕਿ ਇਹਦੀ ਐਪਲੀਕੇਸ਼ਨ ਫੀਸ ਬਾਰੇ ਪਲੀਜ਼ ਸਾਨੂੰ ਦੱਸੋ ਸਰ। ਐਪਲੀਕੇਸ਼ਨ ਫੀਸ ਕਾੜੀ ਯੂਨੀਵਰਸਿਟੀ ਦੀ ਕਿੰਨੀ ਹੈ? ਰਾਈਟ, ਸਾਰੇ ਅੰਡਰ ਗ੍ਰੈਜੂਏਟ, ਰਾਈਟ ਸਰ, ਸਾਰੇ ਡਿਗਰੀ ਪ੍ਰੋਗਰਾਮਸ ਦੇ ਲਈ ਅਕੈਡੀਆ ਯੂਨੀਵਰਸਿਟੀ ਦੀ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਸਿਰਫ 40 ਕੈਨੇਡੀਅਨ ਡਾਲਰਸ ਹੈਗੀ ਹੈ, 40 ਕੈਨੇਡੀਅਨ ਡਾਲਰਸ। 40 कैनेडियन डॉलर, ठीक है सर, ठीक है। राइट, और सर, और मोस्टली सर ऑफर लेटर द टाइम प्रोसेस टेकन बाय द यूनिवर्सिटी, तो यूनिवर्सिटी कितना टाइम लेंदी है एक ऑफर लेटर ਨੂੰ ਇਸ਼ੂ ਕਰਨ ਦੇ ਵਿੱਚ? ਜਦੋਂ ਬੱਚਾ ਫੀਸ ਔਰ ਡਾਕੂਮੈਂਟਸ ਪੂਰੇ ਸਬਮਿਟ ਕਰ ਦਿੰਦਾ ਹੈ, ਉਸ ਤੋਂ ਬਾਅਦ ਕਿੰਨਾ ਟਾਈਮ ਬੱਚੇ ਨੂੰ ਵੇਟ ਕਰਨਾ ਪੈਂਦਾ ਆਫਰ ਲੈਟਰ ਵਾਸਤੇ? ਸਰ ਆਫਰ ਲੈਟਰ ਟਰਨ ਅਰਾਊਂਡ ਟਾਈਮ 7 to 10 ਬਿਜ਼ਨਸ ਡੇਜ਼ ਦੇ ਵਿੱਚ ਹੈਗਾ, ਰਾਈਟ। ਓਕੇ, ਸਾਨੂੰ ਜੋ ਵੀ ਲਾਈਕ ਆਨਲਾਈਨ ਪ੍ਰੋਸੀਜਰ, ਐਪਲੀਕੇਸ਼ਨ ਪ੍ਰੋਸੀਜਰ ਹੈ, ਤੁਹਾਡੇ ਵੱਲੋਂ ਜੋ ਡਾਕੂਮੈਂਟਸ ਸਾਡੀ ਐਡਮਿਸ਼ਨ ਟੀਮ ਨੂੰ ਮਿਲਦੇ ਆ, ਅਸੀਂ ਪ੍ਰੀ ਅਸੈਸਮੈਂਟ ਦੇ ਬਾਅਦ ਤੁਹਾਨੂੰ ਇਨਫੋਰਮ ਕਰ ਦਿੰਦੇ ਹਾਂ ਕਿ ਯੈਸ ਇਹ ਪ੍ਰੋਫਾਈਲ, ਆਹ ਵਾਲੀ ਪ੍ਰੋਫਾਈਲ ਐਲੀਜੀਬਲ ਹੈਗੀ ਹੈ ਫॉर ਦਿਸ ਪ੍ਰੋਗਰਾਮ। ਫਿਰ ਤੁਸੀਂ ਸਾਰਾ ਸੈਟ ਆਫ ਡਾਕੂਮੈਂਟ ਕੰਪਲੀਟ ਕਰਕੇ ਸਾਨੂੰ ਪ੍ਰੋਵਾਈਡ, ਸਾਡੀ ਐਡਮਿਸ਼ਨ ਟੀਮ ਤੁਹਾਨੂੰ ਅਸਿਸਟ ਕਰੇਗੀ। ਇੱਕ ਆਨਲਾਈਨ ਪੋਰਟਲ ਦੇ ਉੱਤੇ ਸਟੂਡੈਂਟ ਦਾ ਰਜਿਸਟ੍ਰੇਸ਼ਨ ਹੋਏਗਾ, ਈਮੇਲ ਆਈਡੀ, ਕੰਟੈਕਟ ਨੰਬਰ ਚਾਹੀਦਾ ਹੋਏਗਾ, ਤੇ ਆਪਾਂ ਫਾਈਨਲ ਐਪਲੀਕੇਸ਼ਨ ਮਤਲਬ ਕਿ ਪ੍ਰੋਸੈਸ ਕਰਾਂਗੇ। ਉਸ ਤੋਂ बाद 7 to 10 बिजनेस डेज इन दिनों में स्टूडेंट ऑफर एक्सपेक्ट कर सकते हैं। और ऑफर एक्सेप्ट करने के बाद स्टूडेंट्स को एक टाइम फ्रेम दिया जाएगा एक्सेप्ट करने का, ऑफर लेटर ओके इशू सर, होने के बाद, राइट। तो एक जो रजिस्ट्रेशन अमाउंट है या नॉन रिफंडेबल रजिस्ट्रेशन फ़ी है वो 150 कैनेडियन डॉलर्स है, यानी कि वो अपनी ओके सीट सर, कंफर्मेशन 150 कैनेडियन डॉलर्स पे करके वो कर सकते हैं। एंड फॉर ट्यूशन फी, डिपॉजिट और बाकी डिपॉजिट्स जो हैं उनको अरेंज करके विद इन टाइम फ्रेम कर सकते हैं। सर इसमें ट्यूशन फीस अप्रॉक्सीमेट क्या रहती है? मतलब इसकी गल भी करिए कि ट्यूशन फीस सर अप्रोक्सीमेट, yes, base tuition fee approximately is 17,884 CAD annually, यानी 17,884 कैनेडियन डॉलर्स एनुअली अप्रोक्सीमेट बेस ट्यूशन फी हैगी है। ते ਇਹ ਸਾਰੇ ਯੂਜੀ ਪ੍ਰੋਗਰਾਮਸ ਵਾਸਤੇ ਹੈਗੀ। ਓਕੇ ਸਰ, ਓਕੇ ਓਕੇ। ਤੇ ਸਰ ਯੂਜੀ ਪ੍ਰੋਗਰਾਮ ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮਸ ਅਵੇਲੇਬਲ ਨੇ ਯੂਨੀਵਰਸਿਟੀ ਦੇ ਵਿੱਚ? ਯੂਜੀ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਪ੍ਰੋਗਰਾਮ ਬੱਚਾ ਲੈ ਸਕਦਾ ਹੈ, ਕਿਹੜੀ ਕਿਹੜੀ ਸਟਰੀਮ ਦੇ ਵਿੱਚ ਪ੍ਰੋਗਰਾਮ ਅਵੇਲੇਬਲ? ਰਾਈਟ, ਪਲੀਜ਼ ਸਾਨੂੰ। ਹਾਂਜੀ ਸਰ। ਰਾਈਟ ਸਰ, ਦੇਖੋ ਸਰ, ਜੋ ਸਟੂਡੈਂਟਸ ਅਸੀਂ BA ਯਾਨੀ ਬੈਚਲਰਸ ਆਫ ਆਰਟਸ ਪ੍ਰੋਗਰਾਮਸ ਲਈ ਲਾਈਕ ਸਾਡਾ ਇਕਨੋਮਿਕਸ ਦਾ ਪ੍ਰੋਗਰਾਮ ਹੈ, ਸਾਈਕੋਲੋਜੀ, ਸੋਸ਼ੀਓਲੋਜੀ, ਫਿਰ ਬੈਚਲਰ ਆਫ ਸਾਇੰਸ ਇਨ ਬਾਇਓਲੋਜੀ, ਬੈਚਲਰ ਆਫ ਐਪਲਾਈਡ ਕੰਪਿਊਟਰ ਸਾਇੰਸ, ਇੰਜੀਨੀਅਰਿੰਗ ਦੇ ਪ੍ਰੋਗਰਾਮਸ ਹੈਗੇ ਨੇ, ਤੇ ਮੈਥਸ ਐਂਡ ਸਟੈਟਸ ਦੇ ਪ੍ਰੋਗਰਾਮ ਨੇ। ਇਸ ਦੇ ਨਾਲ ਕਮਿਊਨਿਟੀ ਡਿਵੈਲਪਮੈਂਟ ਦਾ ਵੀ ਇੱਕ 4 ਸਾਲ ਦਾ ਪ੍ਰੋਗਰਾਮ ਹੈ। ਇਹਨਾਂ ਪ੍ਰੋਗਰਾਮਸ ਵਾਸਤੇ ਜੋ ਐਲੀਜੀਬਿਲਿਟੀ ਹੈਗੀ ਹੈ, +2 ਦੇ ਵਿੱਚ ਸਟੂਡੈਂਟ ਦਾ 60% ਸਕੋਰ ਰਿਕੁਆਇਰਡ ਰਹੇਗਾ, ਓਕੇ ਸਰ। CBSE, ICSE ਜਾਂ ਅਪਰੂਵਡ ਸਟੇਟ ਬੋਰਡ ਤੋਂ, ਠੀਕ ਹੈ ਸਰ। ਓਕੇ ਸਰ। ਇਸ ਤੋਂ ਇਲਾਵਾ ਜਾਂ 50 ਮਾਰਕਸ ਕੋਰ ਸਬਜੈਕਟ ਦੇ ਵਿੱਚ ਹੋਣੇ ਹੀ ਚਾਹੀਦੇ,
ਤੇ ਆਰਟਸ ਤੇ ਸਾਇੰਸ ਪ੍ਰੋਗਰਾਮਸ ਦੇ ਲਈ ਸਾਨੂੰ +2 ਮੈਥਮੈਟਿਕਸ ਰਿਕੁਆਇਰਡ ਰਹੇਗਾ ਹੀ ਰਹੇਗਾ। ਹੁਣ ਮੈਂ ਗੱਲ Okay, ਕਰਾਂਗਾ ਦੋ ਪ੍ਰੋਗਰਾਮਸ ਦੀ ਜਿਹੜੇ ਕਿ ਹੋਰ ਪਪੂਲਰ ਨੇ, ਜਿਨ੍ਹਾਂ ਵਾਸਤੇ +2 ਮੈਥਮੈਟਿਕ ਬੈਕਗ੍ਰਾਉਂਡ ਨਹੀਂ ਚਾਹੀਦਾ। ਪਹਿਲਾ okay, ਪ੍ਰੋਗਰਾਮ ਹੈਗਾ ਸਾਡਾ ਬੈਚਲਰ ਆਫ ਕੰਪਿਊਟਰ ਸਾਇੰਸ। ਬੈਚਲਰ ਆਫ okay, ਕੰਪਿਊਟਰ sir. ਸਾਇੰਸ ਵਾਸਤੇ ਸਟੂਡੈਂਟ ਦਾ 10th ਗ੍ਰੇਡ ਦਾ ਮੈਥਮੈਟਿਕਸ ਕੰਸੀਡਰ ਕੀਤਾ ਜਾਏਗਾ। ਬੈਚਲਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਾਸਤੇ ਵੀ 10th ਗ੍ਰੇਡ ਦਾ 60 ਸਕੋਰ ਹੋਣਾ ਚਾਹੀਦਾ ਹੈ 10th ਗ੍ਰੇਡ ਮੈਥਮੈਟਿਕਸ ਦੇ ਵਿੱਚ। +2 ਦੇ ਵਿੱਚ ਜੇ ਸਟੂਡੈਂਟ ਕਾਮਰਸ ਦਾ ਹੈ, ਮੈਥਸ ਨਹੀਂ ਪੜ੍ਹਿਆ ਹੈ ਫॉर एन एग्जांपल, ਤੇ ਉਹ ਸਟੂਡੈਂਟ ਅਪਲਾਈ ਕਰ ਸਕਦਾ ਹੈ ਫॉर BBA ਐਜ਼ ਵੈਲ ਐਜ਼ BCS। ਅਸੀਂ ਉਹ ਪ੍ਰੋਫਾਈਲ ਜ਼ਰੂਰ ਐਸੈਸ ਕਰਾਂਗੇ, ਰਾਈਟ। ਤੇ ਇਹ ਮੇਨਲੀ ਇਹ ਵਾਲੇ ਪ੍ਰੋਗਰਾਮਸ ਨੇ। ਇਹਨਾਂ ਦੇ ਨਾਲ ਨਾਲ ਮੈਂ ਜਿਹੜੀ ਇੱਕ ਪੁਆਇੰਟ ਹਾਈਲਾਈਟ ਕਰਨਾ ਚਾਹਿਆ ਹੈ, which is in continuation to post study work opportunities। ਸਰ ਕੋਆਪਰੇਟਿਵ ਵਰਕ ਜਾਂ ਜਿਹਨੂੰ ਆਪਾਂ So, ਕਹਿੰਦੇ ਆ ਜਾਂ ਜਿਹਨੂੰ ਆਪਾਂ so ਸਿੰਪਲ ਲੈਂਗੁਏਜ ਦੇ ਵਿੱਚ ਪੇਡ ਇੰਟਰਨਸ਼ਿਪ ਕਹਿ ਸਕਦੇ ਹਾਂ, ਰਾਈਟ। yes, yes, yes. ਪੇਡ ਇੰਟਰਨਸ਼ਿਪਸ ਵੀ ਜਿਹਨੂੰ ਆਪਾਂ ਕਹਿ ਸਕਦੇ ਹਾਂ। Mhm. ਅਕੈਡੀਆ ਯੂਨੀਵਰਸਿਟੀ ਦੇ 80% ਪ੍ਰੋਗਰਾਮਸ ਦੇ ਵਿੱਚ ਕੋਆਪ ਓਪਰਚੁਨਿਟੀਜ਼ ਅਵੇਲੇਬਲ ਹੈਗੀ ਹੈ। Very good, sir. ਅਕੈਡੀਆ Very good. ਯੂਨੀਵਰਸਿਟੀ ਦਾ ਜਿਹੜਾ ਕੋਆਪ ਪ੍ਰੋਗਰਾਮ ਹੈਗਾ ਹੈ, ਉਹ ਵਨ ਆਫ ਦਾ ਹਾਈਐਸਟ ਰੈਂਕਡ ਕੋਆਪ ਪ੍ਰੋਗਰਾਮ ਹੈ ਐਂਟਾਇਰ ਕੈਨੇਡਾ ਦੇ ਵਿੱਚ। ਸਮਾਲਰ Okay, sir. ਯੂਨੀਵਰਸਿਟੀ ਕੈਟੇਗਰੀ ਦੇ ਵਿੱਚ ਇੱਕ ਨੈਸ਼ਨਲੀ ਐਕ੍ਰੈਡਿਟਡ ਰੈਂਕਡ 1 ਇਨ ਸਮਾਲਰ ਯੂਨੀਵਰਸਿਟੀ ਕੈਟੇਗਰੀ ਕੋਆਪ ਪ੍ਰੋਗਰਾਮ ਅਕੈਡੀਆ ਯੂਨੀਵਰਸਿਟੀ ਬੂਸਟ ਕਰਦੀ ਹੈ। ਇਸ ਕੋਆਪ ਵਰਕ ਓਪਰਚੁਨਿਟੀਜ਼ ਦੇ ਵਿੱਚ ਯਾਨੀ ਕਿ ਬਿਫੋਰ ਗ੍ਰੈਜੂਏਸ਼ਨ ਸਟੂਡੈਂਟਸ ਨੂੰ ਬੈਨੀਫਿਟ ਕੀ ਹੈ? 4 ਸਾਲ ਦੀ ਗ੍ਰੈਜੂਏਸ਼ਨ ਕੰਪਲੀਟ ਹੋਣ ਤੋਂ ਪਹਿਲਾਂ ਪਹਿਲਾਂ ਹਰ ਇੱਕ ਸਟੂਡੈਂਟ ਦੇ ਕੋਲ ਅਪ ਟੂ 1 ਈਅਰ ਦਾ ਪ੍ਰੋਫੈਸ਼ਨਲ ਵਰਕ ਐਕਸਪੀਰੀਅੰਸ ਵੀ ਹੋਏਗਾ। Okay, sir. Okay. ਇਹ ਤਾਂ ਸਰ ਸੈਕੰਡ ਬਹੁਤ ਐਡਵਾਂਟੇਜ ਬੈਨੀਫਿਟ ਹੈ ਸਟੂਡੈਂਟ ਬੱਚੇ ਨੂੰ, ਨੂੰ ਹੈ ਨਾ। ਸੈਕੰਡ ਐਡਵਾਂਟੇਜ ਹਾਂ, yes. ਜੀ Yes, sir. ਬੈਨੀਫੀਸ਼ੀਅਲ ਹੈ। ਸੈਕੰਡ ਐਡਵਾਂਟੇਜ ਇਹ ਹੈਗੀ ਹੈ ਕਿ ਥਰੂ ਕੋਆਪ ਹਰ ਇੱਕ ਸਟੂਡੈਂਟ ਨੂੰ ਪਰ ਵਰਕ ਟਰਮ ਔਨ ਐਨ ਐਵਰੇਜ 10,000 ਕੈਟ ਅਰਨ ਕਰਨ ਦਾ ਇੱਕ ਮੌਕਾ ਹੈ। ਯਾਨੀ ਕਿ ਪਰ ਐਵਰੇਜ Very ਜੋ good. ਅੱਜ ਦੀ ਡੇਟ 'ਚ ਸਾਡੇ ਸਟੂਡੈਂਟਸ ਔਨ ਐ ਪਰ ਵਰਕ ਟਰਮ ਯਾਨੀ ਕਿ ਉਹ ਜਿਹੜਾ 2 ਜਾਂ 3 ਮਹੀਨੇ ਦਾ ਵਰਕ ਟਰਮ ਹੈਗਾ ਹੈ ਕੋਆਪ ਵਰਕ ਟਰਮ, ਉਹਦੇ Mhm. ਵਿੱਚ ਅਪ ਟੂ 10,000 ਕੈਟ ਅਰਨ ਕਰ ਸਕਦੇ हैं ਔਨ ਐਵਰੇਜ। ਇਹ ਵੀ ਇੱਕ ਪੁਆਇੰਟ ਸਰ, ਇੱਕ ਕਾਫੀ ਬਹੁਤ ਵੱਡੀ ਫੇਵਰ ਦੇ ਵਿੱਚ ਹੈਗਾ ਸਾਡੇ ये ਸਟੂਡੈਂਟਸ ਦੇ ਲਈ ਜੀ। फेवर च सर बच्चे ने बहुत फेवर क्योंकि मोस्ट ऑफ द टाइम बच्चा कॉलेज पढ़ता है या यूनिवर्सिटी जाता है सर उत्थे कोऑप नहीं मिलता ਤੇ ਉਹ ਬੱਚੇ ਜੀ ਇੱਕ ਤਾਂ ਐਕਸਪੋਜ਼ਰ ਨਹੀਂ ਮਿਲਦਾ ਉਹਨਾਂ ਨੂੰ ਸਰ। ਐਕਸਪੋਜ਼ਰ ਦਾ ਵੀ ਹੈ, ਜਦੋਂ ਕੋਆਪ ਮਿਲ ਗਿਆ ਬੱਚੇ ਨੇ ਐਕਸਪੋਜ਼ਰ ਮਿਲ ਜਾਂਦਾ। ਮੋਸਟ ਆਫ ਦਾ ਟਾਈਮ ਜਿਹੜੇ EMPLOYER ਦੇ ਕੋਲ ਬੱਚੇ ਦਾ ਕੋਆਪ ਲੱਗ ਰਿਹਾ ਹੁੰਦਾ ਉਹ EMPLOYER ਵੀ ਮੋਸਟ ਆਫ ਦਾ ਟਾਈਮ ਬੱਚੇ ਨੂੰ ਹਾਇਰ ਕਰ ਲੈਂਦੇ, ਕਿਉਂਕਿ ਜੇ ਬੱਚਾ ਅੱਛਾ ਕੰਮ ਕਰ ਰਿਹਾ ਹੋਵੇ ਤਾਂ ਇੱਕ ਬੱਚਿਆਂ ਵਾਸਤੇ ਬਹੁਤ ਵਧੀਆ ਓਪਰਚੁਨਿਟੀ ਹੈ ਜਿਹਦੇ ਨਾਲ ਬੱਚੇ ਨੂੰ ਰਾਈਟ ਅੱਗੇ ਸਰ। ਜੌਬ ਸਰਚ ਕਰਨ ਦੀ ਜ਼ਿਆਦਾ ਟੈਨਸ਼ਨ ਨਹੀਂ ਔਰ ਲੋਡ ਨਹੀਂ ਪੈਂਦੀ। ਜੇ ਬੱਚਾ ਅੱਛਾ ਪਰਫਾਰਮ ਕਰ ਰਿਹਾ ਤੇ EMPLOYER ਹਾਇਰ ਰਾਈਟ ਕਰਨਾ ਦਾ ਬੱਚੇ ਨੂੰ। ਸਰ ਇੱਕ ਕੁਐਸਚਨ ਹੋਰ ਸੀਗਾ ਸਰ ਇਸਨੂੰ ਲੈ ਐਗਜ਼ੈਕਟਲੀ ਕੇ, ਸਰ ਜੇ ਇਨ ਜੀ ਕੇਸ ਕਿਸੇ ਜੀ। ਬੱਚੇ ਕੋਲ ਮੈਥਮੈਟਿਕਸ ਨਹੀਂ ਹੈ ਪਰ ਬੱਚਾ ਕੋਈ ਪ੍ਰੋਗਰਾਮ ਇਦਾਂ ਦੇ ਲੈਣਾ ਚਾਹੁੰਦਾ ਜਿਹਨਾਂ ਦੀ ਮੈਥਮੈਟਿਕਸ ਦੀ ਰਿਕੁਆਇਰਮੈਂਟ ਹੈ, ਤੇ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਜਾਂ ਤੁਹਾਡੀ ਯੂਨੀਵਰਸਿਟੀ 'ਚ ਕੋਈ ਇਦਾਂ ਦਾ ਪ੍ਰੋਗਰਾਮ ਹੈ ਮੈਥ ਦਾ ਜੋ ਐਡੀਸ਼ਨਲ ਜਾਂ ਉੱਥੇ ਆਪਣੇ ਬੱਚੇ ਨੂੰ ਮੈਥ ਦਾ ਐਗਜ਼ਾਮ ਦੇ ਕੇ ਬੱਚਾ ਐਡਮਿਸ਼ਨ ਲੈ ਸਕਦਾ? नहीं sir, academic university as I already mentioned is very specific about the academic requirement and other English proficiency and all। तो जो साडी गाइडलाइन हैगी है ਉਹਦੇ ਅਕੋਰਡਿੰਗਲੀ ਸਾਨੂੰ ਫॉर ਆਰਟਸ ਐਂਡ ਸਾਇੰਸ ਪ੍ਰੋਗਰਾਮਸ ਸਾਨੂੰ ਮੈਥਮੈਟਿਕਸ ਦੀ ਰਿਕੁਆਇਰਮੈਂਟ ਰਹੇਗੀ ਹੀ ਰਹੇਗੀ। 50 ਨੰਬਰ ਜਾਂ 50 ਮਾਰਕਸ Okay, ਮੈਥਸ ਦੇ ਵਿੱਚ +2 ਲੈਵਲ ਦੇ ਵਿੱਚ ਹੋਣੇ ਹੀ ਚਾਹੀਦੇ ਨੇ। ਇਸ ਤੋਂ ਇਲਾਵਾ ਮੈਂ ਇਹ ਜ਼ਰੂਰ ਤੁਹਾਨੂੰ ਹਾਈਲਾਈਟ ਕਰਨਾ ਚਾਹੂੰਗਾ ਕਿ ਕਈ ਵਾਰ ਸਟੂਡੈਂਟਸ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਹਨੇ ਆਪਣੀ ਕੋਈ डिग्री प्रोग्राम आफ्टर +2 स्टार्ट कर लेता है लाइक बैचलर्स ऑफ आर्ट या कुछ भी इंडिया ਦੇ ਵਿੱਚ ਜਾਂ ਕਿਸੇ ਹੋਰ ਕੰਟਰੀ फर्स्ट ਦੇ ईयर ਵਿੱਚ ਦੇ ਇਵਨ aspect में। ਕੇਸਿਸ ਆਉਂਦੇ ਨੇ। ਅਕੈਡੀਆ ਯੂਨੀਵਰਸਿਟੀ ਕ੍ਰੈਡਿਟ ਟ੍ਰਾਂਸਫਰਸ ਐਕਸੈਪਟ ਕਰਦਾ ਹੈ। ਅਸੀਂ ਕ੍ਰੈਡਿਟ ਟ੍ਰਾਂਸਫਰਸ ਐਕਸੈਪਟ ਕਰਾਂਗੇ ओके सर। ਸੱਚ ਸਟੂਡੈਂਟਸ ਆ। ਅਸੀਂ 10th ਤੋਂ ਬਾਅਦ ਉਹਨਾਂ ਸਟੂਡੈਂਟਸ ਨੂੰ ਵੀ ਐਕਸੈਪਟ ਕਰ ਰਹੇ ਨੇ, ਉਹਨਾਂ ਦੀ ਪ੍ਰੋਫਾਈਲ ਵੀ ਅਸੈਸ ਕਰਾਂਗੇ ਜਿਨ੍ਹਾਂ ਨੇ 10th ਤੋਂ ਬਾਅਦ ਕੋਈ ਡਿਪਲੋਮਾ ਕੰਪਲੀਟ ਕੀਤਾ ਹੈ, ਯਾਨੀ 10th ਤੋਂ ਬਾਅਦ ਸਟ੍ਰੇਟ ਕੋਈ ਡਿਪਲੋਮਾ ਕੀਤਾ ਹੈ, ਉਹ ਵੀ ओके सर। ਆਪਣੀ ਐਪਲੀਕੇਸ਼ਨ ਅਸੈਸ ਕਰਵਾ ਸਕਦੇ हैं फॉर वेरियस प्रोग्राम्स। ओके सर। ओके। राइट ਸੋ ਸਰ ਇੱਥੇ ਕੋਆਪ ਜਿਹੜਾ ਤੇ ਹੈ ਅਸੀਂ ਕਹਿ ਰਹੇ ਹਾਂ ਜਿਹੜਾ ਕੋਆਪ ਇੰਟਰਨਸ਼ਿਪ ਉਹ ਬੱਚੇ ਨੂੰ ਆਪਾਂ ਕਹਿੰਦੇ ਹਾਂ ਮਿਲਦੀ ਹੈ, ਉਹ ਲਾਸਟ ਸਮੈਸਟਰ 'ਚ ਮਿਲਦੀ ਹੈ ਜਾਂ ਉਸ ਤੋਂ ਇਲਾਵਾ ਵੀ ਇਹਦੇ ਵਿੱਚ ਸਰ ਇਨ ਬਿਟਵੀਨ ਦੇ ਜਾਂਦੇ ਹੋ? ਨਹੀਂ ਨਹੀਂ ਬਿਲਕੁਲ ਤੁਹਾਡਾ ਕੁਐਸਚਨ ਸਹੀ ਕੁਐਸਚਨ ਹੈ। 4 ਸਾਲ ਦਾ ਟਰਮ ਸਿਰ ਤੁਸੀਂ ਮੰਨਦੇ ਵਿੱਚ 4 ਸਾਲ ਦਾ ਜਿਹੜਾ ਟਾਈਮ ਹੈ ਬਹੁਤ ਹੈ। ਟੋਟਲ 4 ਸਾਲ ਵਿੱਚ 3 ਇੰਟਰਨਸ਼ਿਪਸ ਨੇ ਜਿਹੜੀ ਕਿ ਮੈਂਡੇਟਰੀ ਨੇ, ਇੱਕ पेड ओके सर। इंटर्नशिप ऑनलाइन यानी टोटल 4
co-ops ਇੱਕ ਸਟੂਡੈਂਟ ਕਰ ਸਕਦਾ ਹੈ। ਸੈਕੰਡ ਈਅਰ ਦੇ ਵਿੱਚ ਪਹਿਲਾ co-op ਹੋਏਗਾ, ਥਰਡ ਈਅਰ ਦੇ ਵਿੱਚ 2 Okay. co-ops ਨੇ, ਤੇ ਫੋਰਥ ਈਅਰ ਦੇ ਵਿੱਚ ਫਾਈਨਲ ਆਪਸ਼ਨਲ co-op ਹੈਗਾ ਹੈ, ਤੇ ਟੋਟਲ 4 co-ops ਨੇ। So, ऐसे करके एज आई co-op अर्लियर ਦਾ मेंशन कि अप टू 1 ईयर, ਓਕੇ ਸਰ co-op ਦਾ ਟਾਈਮ ਕਿੰਨਾ ਰਹਿੰਦਾ, अप टू 1 ਕਿੰਨੇ ईयर ਟਾਈਮ टोटल। ਵਾਸਤੇ? अप टू 1 ईयर ਸਰ ਸੋ ਇੱਕ ਕਹਿੰਦਾ ਕੋਆਪ ਮਤਲਬ ਵਰਕ ਟਰਮ 2, ਹਾਂ ਮਤਲਬ 2 to 3 ਮੰਥਸ ਦੇ ਵਿੱਚ ਇੱਕ ਕੋਆਪ ਵਰਕ ਟਰਮ ਲਾਸਟ ਕਰਦੀ ਹੈ। ਤੇ ਟੋਟਲ ਐਕਸਪੀਰੀਅੰਸ ਜਿਹੜਾ ਕਿ ਸਟੂਡੈਂਟ ਨੂੰ ਗੇਨ ਹੋਏਗਾ ਬਿਫੋਰ ਗ੍ਰੈਜੂਏਸ਼ਨ ਦੈਟ ਇਜ਼ ਅਪ ਟੂ 1 ਈਅਰ। ਤੇ ਜਿਸ ਤਰ੍ਹਾਂ ਤੁਸੀਂ ਪੁਆਇੰਟ ਆਊਟ ਕੀਤਾ ਕਿ ਯੈਸ ਇਹਨੇ ਬੱਚਿਆਂ ਨੂੰ ਜਿਸ ਆਰਗੇਨਾਈਜੇਸ਼ਨ ਦੇ ਨਾਲ ਉਹਨਾਂ ਨੇ ਕੋਆਪ ਕੰਪਲੀਟ ਕੀਤਾ ਉਹਨਾਂ ਨੂੰ ਜੌਬ ਮਿਲਣ ਦੇ ਚਾਂਸ ਵੱਧ ਜਾਂਦੇ ਨੇ। ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਕੁਝ ਕੰਪਨੀਆਂ ਦੇ ਨੇਮਸ ਜ਼ਰੂਰ ਮੈਂਸ਼ਨ ਕਰਨਾ ਚਾਹੂੰਗਾ ਜਿਨ੍ਹਾਂ ਦੇ ਨਾਲ ਸਾਡੇ ਬੱਚੇ ਕੋਆਪਸ ਕੰਪਲੀਟ ਕਰਦੇ ਨੇ। ਆਈ ਐਮ ਕੁਆਇਟ ਸ਼ੋਰ ਤੁਹਾਡੇ ਵਿਊਅਰਸ ਨੇ ਉਹ ਕਾਫੀ ਸੁਣੇ ਹੋਣਗੇ। ਅਸੀਂ IBM ਜ਼ਰੂਰ ਸੁਣਿਆ ਹੋਏਗਾ ਸਰ, ਜਿਨ੍ਹਾਂ ਦੇ ਕੰਪਿਊਟਰਸ ਆਉਂਦੇ ਨੇ। ਅਸੀਂ ਬਲੈਕਬੈਰੀ ਜ਼ਰੂਰ ਸੁਣਿਆ ਹੋਏਗਾ, ਜਿਨ੍ਹਾਂ ਦਾ ਪਹਿਲਾਂ ਬਲੈਕਬੈਰੀ ਫੋਨ ਆਉਂਦਾ ਸੀਗਾ, ਰਾਈਟ। ਇੱਕ ਕੰਪਨੀ ਹੈਗੀ ਹੈ ਡੈਲੋਆਈਟ, ਇੱਕ IT US ਬੇਸਡ ਲਾਈਕ IT ਕੰਪਨੀ ਹੈਗੀ ਹੈ ਡੈਲੋਆਈਟ, ਜਿਨ੍ਹਾਂ ਦੇ ਇੰਡੀਆ ਦੇ ਵਿੱਚ ਵੀ ਆਫਿਸਿਸ ਨੇ, ਮੁੰਬਈ ਦੇ ਵਿੱਚ ਵੀ ਆਫਿਸਿਸ ਨੇ। ਇਸ ਤੋਂ ਇਲਾਵਾ ਬੱਚਿਆਂ ਨੇ FIFA ਗੇਮ ਦਾ ਜ਼ਰੂਰ ਸੁਣਿਆ ਹੋਏਗਾ ਵੀ FIFA ਇੱਕ ਗੇਮ ਹੈਗੀ ਹੈ ਜਿਹਨੂੰ ਇਲੈਕਟ੍ਰੋਨਿਕ ਆਰਟਸ ਕੰਪਨੀ ਨੇ ਡਿਜ਼ਾਈਨ ਕੀਤਾ ਹੈ। ਤੇ ਸਾਡੇ ਜਿਹੜੇ ਬੈਚਲਰ ਆਫ ਅਪਲਾਈਡ ਕੰਪਿਊਟਰ ਸਾਇੰਸ ਦੇ ਗੇਮ ਡਿਵੈਲਪਮੈਂਟ ਦੇ ਜਿਹੜੇ ਸਟੂਡੈਂਟਸ ਨੇ, ਉਹਨਾਂ ਨੇ ਰੀਸੈਂਟ ਪਾਸ ਦੇ ਵਿੱਚ EA ਦੇ ਵਿੱਚ ਇਲੈਕਟ੍ਰੋਨਿਕ ਆਰਟਸ ਗੇਮਸ ਦੇ ਵਿੱਚ ਆਪਣੇ ਕੋਆਪ ਕੰਪਲੀਟ ਕੀਤੇ ਨੇ। ਤੇ ਕਹਿਣ ਦਾ ਮਤਲਬ ਇਹ ਹੈ ਸਰ ਕਿ world renowned organizations like these are our co-op work tie-ups. Like students studying at Acadia University, they ਸੋ complete ਕਹਿੰਦਾ their ਕਹਿੰਦਾ co-ops ਮਤਲਬ with ਬੱਚਾ these organizations. yes तो 3 ਸਾਲ ਬੱਚਾ ਸਟੱਡੀ ਕਰਦਾ, Sir, 1 pardon? ਸਾਲ ਅਗਰ ਅਸੀਂ ਓਵਰਆਲ ਅਸਰ ਨਹੀਂ ਕੀਤਾ ਸੀ ਅਸੀਂ ਬੱਚਿਆਂ ਨੂੰ ਵੀ ਇਹਦੇ ਵਿੱਚ ਬੱਚਾ 3 ਸਾਲ ਸਟੱਡੀ ਆਲਮੋਸਟ ਲੈ ਕੇ 3 ਸਾਲ ਸਟੱਡੀ ਕਰੇਗਾ ਔਰ 1 ਸਾਲ ਦਾ ਪੂਰਾ ਬੱਚੇ ਨੂੰ ਐਕਸਪੋਜ਼ਰ ਰਹੇਗਾ ਜੋ ਵੀ ਥਰੂ ਦ co-op student will get Right, the sir. 1 year experience and exposure of the Up to industry 1 year. मतलब कि ਵੀ ਜਿਹਦੇ ਨਾਲ ਬੱਚੇ ਨੂੰ ਅੱਗੇ education ਉਹਦਾ yes up right. to 1 year Uh, right, sir. ਜਿਹੜਾ ਬੱਚੇ ਨੂੰ Sorry ਕੱਲ to ਨੂੰ ਹੈਲਪ sorry ਕਰੇਗਾ ਅੱਗੇ to ਜੌਬ ਲੈਣ interrupt. ਵਾਸਤੇ yes sir yes sir Right, sir. So I just meant मतलब कि ड्यूरेशन ਉਹਦੀ ਸਟੂਡੈਂਟ ਦੀ 4 ਇਅਰਸ ਹੀ ਰਹੇਗੀ ਸਰ। ਐਜੂਕੇਸ਼ਨ ਉਹਦਾ 4 ਇਅਰਸ ਦਾ ਹੀ ਹੈ, ਰਾਈਟ। ਯਾਨੀ ਕਿ ਉਹ 4 ਸਾਲ ਕੰਪਲੀਟ ਕਰੇਗਾ। ਇਹਨਾਂ 4 ਸਾਲ ਦੇ ਵਿੱਚ ਉਹਨੂੰ ਅਪ ਟੂ 1 ਇਅਰ ਦਾ ਪ੍ਰੋਫੈਸ਼ਨਲ ਵਰਕ ਐਕਸਪੀਰੀਅੰਸ ਮਿਲ ਰਿਹਾ ਹੈ। बिल्कुल सही सर, मैं वही कह रहा हूँ 1 साल का एक्सपीरियंस जी मिल गया बच्चे वास्ते क्योंकि बिल्कुल। बच्चे बहुत हेल्पफुल है जॉब ਲੈਣ ਵਾਸਤੇ ਆਪਦਾ ਕੈਰੀਅਰ ਬਣਾਉਣ ਵਾਸਤੇ ਮੋਰ ਓਵਰ ਜੇ ਬੱਚਾ ਅਕਾਡੀਆ ਯੂਨੀਵਰਸਿਟੀ ਚ ਹੈ ਬੱਚੇ ਨੂੰ AIPP ਦਾ ਵੀ ਬੈਨੀਫਿਟ ਮਿਲਦਾ ਹੈ ਇਹਦੇ ਵਿੱਚ ਬੱਚੇ ਨੂੰ ਜੌਬ ਓਪਰਚੁਨਿਟੀ ਜਲਦੀ ਮਿਲ ਜਾਏਗੀ ਜਿਹਦੇ ਕਰਕੇ ਬੱਚੇ ਨੂੰ ਅੱਗੇ PR ਦੇ ਪ੍ਰੋਸੈਸ ਵਿੱਚ ਵੀ ਟਾਈਮ ਘੱਟ ਲੱਗੇਗਾ ਜੇ ਇਨ ਕੇਸ ਆਪਾਂ ਅਦਰਸ ਪ੍ਰੋਵਿੰਸਸ ਦੀ ਗੱਲ ਕਰੀਏ ਅਦਰ ਯੂਨੀਵਰਸਿਟੀਜ਼ ਦੀ ਗੱਲ ਕਰੀਏ ਮੇਰੇ ਹਿਸਾਬ ਨਾਲ ਅਕਾਡੀਆ ਯੂਨੀਵਰਸਿਟੀ ਜੇ ਬੱਚਾ ਪੜ੍ਹਦਾ ਉਸ ਪਰ ਵੀ ਸਟੱਡੀ ਕਰਦਾ ਹੈ ਇੱਕ ਤਾਂ ਬੱਚੇ ਨੂੰ ਬਹੁਤ ਦਾ ਬੈਨੀਫਿਟ ਮਿਲੇਗਾ ਪੂਰਾ ਉਸ ਤੋਂ ਇਲਾਵਾ ਬੱਚਾ ਜਦੋਂ ਪਾਸ ਆਊਟ ਹੋਏਗਾ ਬੱਚੇ ਨੂੰ ਈਜ਼ੀਲੀ ਜੌਬ ਅਪਰਚੁਨਿਟੀਜ਼ ਵੀ ਜਲਦੀ ਮਿਲ ਜਾਣਗੀਆਂ ਔਰ ਜਿਹਦੇ ਕਰਕੇ ਬੱਚੇ ਦਾ ਇਮੀਗ੍ਰੇਸ਼ਨ ਦਾ AIPP ਦੇ ਵਿੱਚ ਬੱਚਾ ਅਪਲਾਈ ਕਰਦਾ ਤਾਂ ਉਹਦਾ ਪ੍ਰੋਸੈਸ ਵੀ ਬਹੁਤ ਈਜ਼ੀ ਔਰ ਬਹੁਤ ਥੋੜਾ ਟਾਈਮ ਦੇ ਵਿੱਚ ਬੱਚਾ PR ਕਰ ਸਕਦਾ ਸੋ ਸਰ ਇੱਕ ਅਗਲਾ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਇਸ ਨੂੰ ਲੈ ਕੇ ਵੀ ਅਗਰ ਕੋਈ ਬ੍ਰਿਲੀਅੰਟ ਬੱਚਾ ਕੋਈ ਇੰਟੈਲੀਜੈਂਟ ਬੱਚਾ ਅਪਲਾਈ ਕਰ ਰਿਹਾ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਫਿਰ ਬੱਚੇ ਦੀ ਸਕਾਲਰਸ਼ਿਪ ਤੇ ਕੀ ਚਾਂਸਸ ਨੇ ਉੱਥੇ ਯੂਨੀਵਰਸਿਟੀ ਬੱਚੇ ਨੂੰ ਕਿਸ ਤਰ੍ਹਾਂ ਬੱਚਾ ਸਕਾਲਰਸ਼ਿਪ ਅਪਲਾਈ ਕਰ ਸਕਦਾ ਹੈ ਔਰ ਯੂਨੀਵਰਸਿਟੀ ਉਸ ਨੂੰ ਕੀ ਹੈਲਪ ਕਰਦੀ ਹੈ ਇਹਦੇ ਵਿੱਚ सर मैं मेंशन करना चाहूँगा कि जो भी स्टूडेंट ऑफर लेटर इशू ਹੁੰਦਾ ਹੈ बेस्ड अपॉन द एकेडमिक्स ਉਹਦੇ एकेडमिक ਸਕੋਰਸ ਦੇ बेसिस ਤੇ ਅਕੈਡੀਆ ਯੂਨੀਵਰਸਿਟੀ भी स्कॉलरशिप्स ऑफर करती है। हर साल अकेडिया यूनिवर्सिटी 4 मिलियन कैड अवार्ड करती है इन फॉर्म ऑफ स्कॉलरशिप्स, स्कॉलर बर्सरीज एंड फाइनेंशियल एड। यानी कि इनिशियली तो बच्चा स्टूडेंट अपने अकैडमिक्स के बेसिस ਤੇ स्कॉलरशिप ਲਈ ਐਲੀਜੀਬਲ ਹੋਏਗਾ ਤੇ ਇਸ ਦੇ ਨਾਲ ਜਦੋਂ ਸਟੂਡੈਂਟ ਉੱਥੇ ਐਜੂਕੇਸ਼ਨ ਪਰਸਿਊ ਕਰ ਰਿਹਾ ਹੈ ਉਸ ਟਾਈਮ ਵੀ ਉਹ ਵੇਰੀਅਸ स्कॉलर बर्सरीज या फाइनेंशियल एड्स वास्ते एलिजिबल हो सकता है डिपेंडिंग अपॉन द परफॉर्मेंस। हर साल 4 मिलियन ਦਾ कैड ਅਕੈਡੀਆ ਯੂਨੀਵਰਸਿਟੀ ਅਵਾਰਡ ਕਰਦਾ ਹੈ। ਅਗਰ ਤੁਸੀਂ ਵੈਬਸਾਈਟ ਤੇ ਵੀ ਰੈਫਰ ਕਰੋਗੇ ਤੇ ਇੱਕ ਸਟੂਡੈਂਟ 500 कैड ਤੋਂ ਲੈ ਕੇ 60,000 कैड ਦੇ ਵਿੱਚ ਕੋਈ ਵੀ ਅਮਾਉਂਟ ਅਵੇਲ ਕਰ ਸਕਦਾ ਹੈ डिपेंडिंग अपॉन द academics। So yes, we do very much promote scholarships and we do offer scholarships for our students uh, related to scholarship. We are having a great scholarship offer plan for our students.
ਸੋ ਸਰ ਇਹ ਵੀ ਪਲੱਸ ਪੁਆਇੰਟ ਹੈ ਵਾਸਤੇ ਜਿਹੜੇ ਬੱਚੇ ਬਾਕੀ ਕਾਲਜ ਯੂਨੀਵਰਸਿਟੀ ਚ ਅਪਲਾਈ ਕਰਦੇ, ਕਈ ਵਾਰ ਬੱਚਿਆਂ ਨੂੰ ਕੋਈ ਸਕਾਲਰਸ਼ਿਪ ਔਰ ਕਿਸੇ ਤਰ੍ਹਾਂ ਦੇ ਵੀ ਇੱਦਾਂ ਹੈਲਪ ਨਹੀਂ ਕੀਤੀ ਜਾਂਦੀ, ਜਿਹੜੀ ਕਿ ਅਕਾਲੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਬਹੁਤ ਵਧੀਆ ਸਕਾਲਰਸ਼ਿਪ ਬੱਚਿਆਂ ਨੂੰ ਮਿਲਦੀ ਹੈ। ਸੋ ਬੱਚੇ ਇਹ ਵੀ ਬੈਨੀਫਿਟ ਆ ਬੱਚੇ ਅਵੇਲ ਕਰ ਸਕਦੇ ਜੇ ਬੱਚੇ ਜਾਣਾ ਚਾਹੁੰਦੇ। ਸਰ ਇੱਕ ਕੁਐਸਚਨ ਹੋਰ ਹੈ ਸਰ ਵੀ ਉੱਥੇ ਬੱਚਾ ਜਦੋਂ ਜਾਂਦਾ ਹੈ ਯੂਨੀਵਰਸਿਟੀ ਜਾਏਗਾ ਤਾਂ ਬੱਚੇ ਵਾਸਤੇ ਅਕੋਮੋਡੇਸ਼ਨ ਬੱਚੇ ਨੂੰ ਕਿਸ ਤਰ੍ਹਾਂ ਦੀ ਰੈਜ਼ੀਡੈਂਸ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਜਾਂ ਯੂਨੀਵਰਸਿਟੀ ਉਹਨਾਂ ਵਾਸਤੇ ਵੀ ਕੋਈ ਯੂਨੀਵਰਸਿਟੀ ਕੋਲ ਵੀ ਕੁਛ ਨਾ ਕੁਛ ਪ੍ਰੋਵੀਜ਼ਨ ਹੈ ਜਾਂ ਕੁਛ ਹੈਲਪ ਹੈ ਇਸ ਨੂੰ ਲੈ ਕੇ ਵੀ ਇਹ ਯੂਨੀਵਰਸਿਟੀ ਹੈ ਜਾਂ ਬੱਚੇ ਨੂੰ ਆਊਟਸਾਈਡ ਕੁਝ ਸਰਚ ਕਰਨਾ ਪੈਂਦਾ ਹੈ ਤੇ ਯੂਨੀਵਰਸਿਟੀ ਕੋਈ ਹੈਲਪ ਕਰਦੀ ਹੈ ਬੱਚੇ ਦੇ ਅਕੋਮੋਡੇਸ਼ਨ ਨੂੰ ਲੈ ਕੇ, ਕਿਉਂਕਿ ਮੋਸਟ ਆਫ ਦਾ ਟਾਈਮ ਪੇਰੈਂਟਸ ਇਹ ਕੁਐਸਚਨ ਪੁੱਛਦੇ ਵੀ ਬੱਚਾ ਸਾਡਾ ਉੱਥੇ श्योर ਜਾ सर। ਕੇ ਸਕੂਲ ਸਾਡਾ ਕੋਈ ਹੈ ਜਾਂ ਨਹੀਂ ਹੈ ਕਿ ਸਾਨੂੰ ਕੌਣ ਉੱਥੇ ਹੈਲਪ ਕਰੇਗਾ ਅਕੋਮੋਡੇਸ਼ਨ ਨੂੰ ਲੈ ਕੇ। ਸੋ ਸਰ ਪਲੀਜ਼ ਇਹ ਵੀ ਸਰ ਪਲੀਜ਼ राइट सर। ਕਰੋ ਥੋੜਾ ਜਿਹਾ ਇਨਫੋਰਮੇਸ਼ਨ ਦਿਓ ਸਾਨੂੰ। बिल्कुल, आई वुड लाइक टू इन्फॉर्म माय व्यूअर्स के at Acadia University we have 12 residents on campus available। ਯਾਨੀ ਸਾਡੇ ਕੈਂਪਸ ਦੇ ਵਿੱਚ ਜਿਹੜਾ ਕਿ 250 ਏਕੜ ਦਾ ਸਾਡਾ ਕੈਂਪਸ ਹੈ ਉਹਦੇ ਵਿੱਚ 12 ਸਟੂਡੈਂਟ ਰੈਜ਼ੀਡੈਂਸੀਜ਼ ਅਵੇਲੇਬਲ ਨੇ, ਜਿਨ੍ਹਾਂ ਦੇ ਵਿੱਚ ਸਾਡੀ ਕੈਪੈਸਿਟੀ ਹੈਗੀ ਹੈ ਟੂ ਅਕੋਮੋਡੇਟ ਆਲ ਫਸਟ ਈਅਰ ਸਟੂਡੈਂਟਸ। ਸਟੂਡੈਂਟਸ ਚੂਜ਼ ਕਰ ਸਕਦੇ ਨੇ from on campus residence option as well as off campus residence options। ਤੇ ਕਾਸਟ ਆਫ ਲਿਵਿੰਗ ਮੈਂ ਇੱਕ ਚੀਜ਼ ऑन ਹੋਰ ਮੈਂਸ਼ਨ कैंपस ਕਰਨਾ मार्क्स की ਚਾਹੂੰਗਾ कर ਕਿ सर ऑन कैंपस भी मैं अगर ऑन एन एवरेज कॉस्ट गल करा, एक सिंगल रूम अकोमोडेशन एनुअल कॉस्ट 7100 कैड अप्रोक्सीमेटली है, यानी 7100 कैड अप्रोक्सीमेटली फॉर अ सिंगल रूम अकोमोडेशन ऑन कैंपस रेजिडेंस। ओके सर ओके And also we are also offering a 7 day meal plan। ਇਸ ਦੇ ਨਾਲ ਆਪਾਂ ਇੱਕ 7 day meal plan ਵੀ offer ਕਰਦੇ ਹਾਂ ਜਿਹਦਾ approximate cost 4600 CAD annually है for the 7 day meal plan। ओके सर ठीक है। सो Right। ਇਨ ਕੇਸ ਬੱਚੇ ਔਰ ਬੱਚਿਆਂ ਦੀ ਸਟੂਡੈਂਟਸ ਦੇ ਪੇਰੈਂਟਸ ਨੂੰ ਇਸ ਤਰ੍ਹਾਂ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਇਨ ਕੇਸ ਜੇ ਬੱਚਾ ਅਕੈਡਮੀਆ ਯੂਨੀਵਰਸਿਟੀ ਆਪਟ ਕਰ ਰਿਹਾ ਹੈ ਤਾਂ ਬੱਚੇ ਨੂੰ ਬੇਫਿਕਰ ਹੋ ਜੀ, ਉਸ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਉਹਦੀ ਅਕੋਮੋਡੇਸ਼ਨ ਬਾਹਰ ਵੀ ਔਰ ਯੂਨੀਵਰਸਿਟੀ ਦੇ ਅੰਦਰ ਵੀ ਅਵੇਲੇਬਲ ਹੈ। ਡਿਪੈਂਡਸ ਅਪਨ ਦੀ ਸਟੂਡੈਂਟਸ ਕੀ Right। ਆਪਟ ਕਰਨਾ ਚਾਹੁੰਦਾ ਹੈ, Right। ਕੈਂਪਸ ਦੇ ਵਿੱਚ ਲੈਣਾ ਚਾਹੁੰਦਾ ਹੈ ਜਾਂ ਕੈਂਪਸ ਤੋਂ ਬਾਹਰ ਲੈਣਾ ਚਾਹੁੰਦਾ ਹੈ। ਸੋ ਸਰ ਇੱਕ ਹੋਰ Right sir। ਕੁਐਸਚਨ ਸੀਗਾ ਕਿ ਯੂਨੀਵਰਸਿਟੀ ਦੇ ਵਿੱਚ ਕੁਝ ਪੀਜੀ ਪ੍ਰੋਗਰਾਮ ਵੀ ਅਵੇਲੇਬਲ ਨੇ ਸਟੂਡੈਂਟਸ ਵਾਸਤੇ ਸਰ? ਕਰੰਟਲੀ ਅਸੀਂ ਸਿਰਫ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਆਫਰ ਕਰ ਰਹੇ ਨੇ ਸਰ ਫॉर ਇੰਟਰਨੈਸ਼ਨਲ ਸਟੂਡੈਂਟਸ, ਬਟ ਯੈਸ ਓਕੇ ਐਟ ਸਰ ਅਕੈਡੀਆ ਯੂਨੀਵਰਸਿਟੀ ਪੀਜੀ ਪ੍ਰੋਗਰਾਮ ਅਵੇਲੇਬਲ ਹੈਗੇ ਨੇ। ਆਵਰ ਕੰਟੀਨਿਊਇੰਗ ਸਟੂਡੈਂਟਸ ਆਫਟਰ देयर ग्रेजुएशन they do pursue PG programs, but currently for undergraduate programs only we are inviting applications from international markets। ਓਕੇ ਸਰ ਓਕੇ ਸਰ। ਸੋ ਸਰ ਇੱਕ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ ਅਸੀਂ ਅਕਾਡੀਆ ਯੂਨੀਵਰਸਿਟੀ ਦੇ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਹਾਂ ਤੇ ਬੇਸਿਕਲੀ ਉਹਦੇ ਵਾਸਤੇ ਆਇਲਸ ਦੀ ਰਿਕੁਆਇਰਮੈਂਟ ਕੀ ਰਹਿੰਦੀ ਹੈ ਸਰ? ਇੰਗਲਿਸ਼ ਪ੍ਰੋਫੀਸ਼ੀਐਂਸੀ English ਤੁਸੀਂ proficiency, ਗੱਲ ਕਰੀ right sir। ਇੰਗਲਿਸ਼ ਰਿਕੁਆਇਰਮੈਂਟ ਕੀ ਰਿਕੁਆਇਰਮੈਂਟ ਹੈ ਕਿ ਬੱਚੇ ਵਾਸਤੇ ਆਇਲਸ Sir, यूजी English प्रोग्राम वास्ते सर? proficiency requirement, right, for UG program, the IELTS requirement is 6.5 overall with no band below 6। 6.5 band with no band below 6 ਸਾਡੀ IELTS ਦੀ requirement ਹੈ। And we can also accept PTE। PTE ਦਾ score ਜਿਹੜਾ acceptable ਹੈ that is 61 overall with no subset less than 60। ओके सर। सर ਉਸ ਤੋਂ ਇਲਾਵਾ ਇੱਕ ਕੁਐਸਚਨ ਸਰ ਇਹ ਵੀ ਹੈ ਕਿ ਜਿਹੜਾ ਅੱਜ ਕੱਲ੍ਹ ਡਿਲੋਂਗੋ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਡਿਲੋਂਗੋ ਟੈਸਟ, ਔਰ ਇਸ ਨੂੰ ਵੀ ਯੂਨੀਵਰਸਿਟੀ ਐਕਸੈਪਟ ਕਰ ਰਹੀ ਹੈ ਜਾਂ ਪਹਿਲਾਂ ਪੀਟੀ ਐਕਸੈਪਟ ਹਾਂਜੀ ਕਰ ਹਾਂਜੀ ਰਹੀ ਸਰ, ਡੂਓਲਿੰਗੋ ਸਕੋਰ भी एक्सेप्टेबल है। 115 स्कोर डूओलिंगो टेस्ट स्कोर ਦਾ ਸਟੂਡੈਂਟਸ ਅਕੈਡੀਆ ਯੂਨੀਵਰਸਿਟੀ एक्सेप्ट कर रही है। 115। है? ओके सर ओके। सो सर एक क्वेश्चन, पार्ट टाइम जॉब और फुल टाइम जॉब लेके भी है, क्योंकि ਜਦੋਂ ਬੱਚਾ ਅਪਲਾਈ ਕਰਦਾ ਸਾਡੇ ਕੋਲ ਆ ਕੇ ਬੱਚਾ ਸਰਾਊਂਡਿੰਗ
ਕੀ ਦੇਖਣਾ ਕਿ ਯੂਨੀਵਰਸਿਟੀ ਦੇ ਸਰਾਊਂਡਿੰਗ ਜਾਂ ਕਾਲਜ ਦੇ ਸਰਾਊਂਡਿੰਗ ਪਾਰਟ ਟਾਈਮ ਜੌਬਸ ਕਿਵੇਂ ਅਵੇਲੇਬਲ ਹੈ, ਕਿ ਬਹੁਤ ਸਾਰੇ ਬੱਚੇ ਇੱਥੋਂ ਜਾਂਦੇ ਨੇ, ਬੱਚਿਆਂ ਦਾ ਇਹ ਵੀ ਬਹੁਤ ਮੇਨ ਮੁੱਦਾ ਔਰ ਮੇਨ ਕੰਸਰਨ ਰਹਿੰਦਾ ਇਸ ਨੂੰ ਲੈ ਕੇ ਵੀ ਸਾਨੂੰ ਉੱਥੇ ਪਾਰਟ ਟਾਈਮ ਜੌਬ ਅਵੇਲੇਬਿਲਿਟੀ ਕਿੰਨਾ ਦੀ ਰਹੇਗੀ। ਸੋ प्लीज ये भी सब जानते इस बारे में इंफॉर्मेशन थोड़ा शेयर करो कि पार्ट टाइम और फुल टाइम जॉब प्रोस्पेक्टिव की तरह से। ਸਰ ਜਿਸ ਤਰ੍ਹਾਂ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਅਕੈਡੀਆ ਯੂਨੀਵਰਸਿਟੀ ਜਾਂ ਉਸ ਰੀਜਨ ਦੇ ਵਿੱਚ ਵਾਈਨਰੀਜ਼ ਤੋਂ ਲੈ ਕੇ ਬਾਕੀ ਓਪਰਚੁਨਿਟੀਜ਼ ਅਵੇਲੇਬਲ ਨੇ, ਲਾਈਕ ਸੀ ਫੂਡ ਰੈਸਟੋਰੈਂਟ, ਆਊਟਡੋਰ ਐਕਟੀਵਿਟੀਜ਼। ਜਦੋਂ ਸਟੂਡੈਂਟ ਅਪਲਾਈ ਕਰੇਗਾ ਪੋਰਟਲ ਤੇ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਆਪਣੇ ਵਿਊਅਰਸ ਨੂੰ ਕਿ ਜਦੋਂ ਸਟੂਡੈਂਟ ਅਪਲਾਈ ਕਰਦਾ ਹੈ ਇੱਕ ਪੋਰਟਲ ਤੇ, ਸਟੂਡੈਂਟ ਪੋਰਟਲ ਤੇ ਇੱਕ ਟੈਬ ਮੈਂਸ਼ਨ ਹੈਗਾ ਜਿਹਦੇ ਵਿੱਚ ਪਾਰਟ ਟਾਈਮ ਜੌਬ ਓਪਰਚੁਨਿਟੀਜ਼ ਲਿਸਟ ਹੁੰਦੀਆਂ ਨੇ ਜੋ ਕਿ ਅਵੇਲੇਬਲ ਨੇ ਔਨ ਕੈਂਪਸ ਐਜ਼ ਵੈਲ ਐਜ਼ ਆਫ ਕੈਂਪਸ। that Acadia University students choose कर सकते हैं from on campus part time job opportunities as well as off campus part time job opportunities। and बहुत ample of part time job opportunities international students ਲਈ ਉੱਥੇ available ਹੁੰਦੀਆਂ ਨੇ ਬਿਕੋਜ਼ ਲੋਕਲ ਕੰਪੀਟੀਸ਼ਨ ਪਾਰਟ ਟਾਈਮ ਜੌਬ ਓਪਰਚੁਨਿਟੀਜ਼ ਦੇ ਵਿੱਚ ਬਹੁਤ ਘੱਟ ਹੈ, ਰਾਈਟ। ਉੱਥੇ ਜਿਹੜੀ ਵਾਈਨਰੀਜ਼ ਨੇ, ਸੀ ਫੂਡ ਰੈਸਟੋਰੈਂਟਸ ਨੇ ਜਾਂ ਬਾਕੀ ਜੋ ਰੈਸਟੋਰੈਂਟਸ ਨੇ ਜਾਂ ਸ਼ਾਪਸ ਨੇ ਵੁਲਫਿਲੇ ਜਾਂ ਆਸ-ਪਾਸ ਦੇ ਟਾਊਨਸ ਦੇ ਵਿੱਚ, ਬਿਕੋਜ਼ ਕਾਫੀ ਜੇ ਮੈਂ ਗੱਲ ਕਰਾਂ ਆਲੇ ਦੁਆਲੇ ਤੇ ਕਾਫੀ ਟਾਊਨਸ ਨੇ, ਪੋਰਟ ਟਾਊਨਸ ਨੇ ਜਿਹੜੇ ਕਿ ਲੋਕੇਟਡ ਨੇ, ਉੱਥੇ ਬਹੁਤ ਜ਼ਿਆਦਾ ਪਾਰਟ ਟਾਈਮ ਜੌਬ ਓਪਰਚੁਨਿਟੀਜ਼ ਸਟੂਡੈਂਟਸ ਨੂੰ ਅਵੇਲੇਬਲ ਹੁੰਦੀਆਂ ਨੇ ਜਿਹੜੀ ਕਿ ਸਟੂਡੈਂਟ ਪੋਰਟਲ ਦੇ ਵਿੱਚ ਲਿਸਟਡ ਹੁੰਦੀਆਂ ਨੇ। ਯਾਨੀ ਕਿ ਸਾਡੇ ਸਟੂਡੈਂਟ ਨੂੰ ਸਰਚ ਕਰਨ ਦੇ ਲਈ, ਚੂਜ਼ ਕਰਨ ਦੇ ਲਈ ਆਪਣਾ ਪੋਰਟਲ ਐਕਸੈਸ ਕਰਨਾ ਹੈ, ਹੋਰ ਕੁਝ ਜ਼ਿਆਦਾ ਨਹੀਂ ਕਰਨਾ ਹੈ। ਸਰ ਕਿੰਨਾ ਕੁ ਇੰਡੀਅਨ ਸਟੂਡੈਂਟ ਹਾਲੇ ਇਸ ਯੂਨੀਵਰਸਿਟੀ ਦੇ ਵਿੱਚ ਜਾਂ ਹੁਣ ਤੱਕ ਇਸ ਟਾਈਮ ਪ੍ਰੈਜ਼ੈਂਟ ਕਿੰਨਾ ਇੰਡੀਅਨ ਸਟੂਡੈਂਟ ਇਸ ਸਟੱਡੀ ਕਰ ਰਹੇ? presently approximately 60 to 80 Indian students are studying at university। 60 ਤੋਂ ਲੈ ਕੇ 80 students ਜਿਨ੍ਹਾਂ ਦਾ ਜੋ ਇੰਡੀਅਨ ਪਾਸਪੋਰਟ ਹੋਲਡਰਸ ਨੇ, ਠੀਕ ਹੈ, ਉਹ ਕਰੰਟਲੀ ਆਪਣੀ ਐਜੂਕੇਸ਼ਨ ਪਰਸਿਊ ਕਰ ਰਹੇ ਨੇ। ਕਾਫੀ ਸਟੂਡੈਂਟਸ ਨੇ ਰੀਸੈਂਟ ਪਾਸ ਦੇ ਵਿੱਚ ਗ੍ਰੈਜੂਏਟ ਵੀ ਕੀਤਾ ਹੈ ਤੇ 60 ਤੋਂ 80 ਫਿਲਹਾਲ ਪੜ੍ਹ ਰਹੇ ਨੇ। ਓਕੇ ਸਰ। ਸਰ ਜਿਵੇਂ ਬਹੁਤ ਸਾਰੀ ਯੂਨੀਵਰਸਿਟੀਜ਼ ਨੇ, ਕਾਫੀ ਯੂਨੀਵਰਸਿਟੀਜ਼ ਨੇ ਈਏਪੀ ਪ੍ਰੋਗਰਾਮ ਵੀ ਰਨ ਕਰਦੇ ਨੇ ਜੇ ਇਨ ਕੇਸ ਬੱਚੇ ਦੇ ਆਇਲਸ ਪ੍ਰੋਪਰ ਨਹੀਂ ਹੈ ਤਾਂ ਉਹ ਬੱਚੇ ਨੂੰ ਇੱਕ ਨਾਲ ਇੰਗਲਿਸ਼ ਦਾ ਪ੍ਰੋਗਰਾਮ ਲਗਾ ਕੇ ਵੀ ਬੱਚੇ ਦੀ ਐਡਮਿਸ਼ਨਸ ਲੈਂਦੇ ਨੇ। ਸੋ ਮੈਂ ਪੁੱਛਣਾ ਚਾਹ ਰਿਹਾ ਸਰ ਕਿ ਅਕਾਡੀਆ ਯੂਨੀਵਰਸਿਟੀ 'ਚ ਵੀ ਪ੍ਰੋਗਰਾਮ ਅਵੇਲੇਬਲ ਹੈ ਜਾਂ ਸਾਨੂੰ ਬੱਚੇ ਨੂੰ ਸਿਰਫ ਆਇਲਸ ਦੀ ਜਿਹੜੀ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗ ਹੀ ਸਾਨੂੰ ਬੱਚੇ ਨੂੰ ਰਿਕਰੂਟ ਕਰਨਾ ਚਾਹੀਦਾ? ਸਰ ਮੈਂ ਕਹੂੰਗਾ ਕਿ ਜੋ ਵੀ ਸਾਡੀ ਆਇਲਸ ਰਿਕੁਆਇਰਮੈਂਟ ਹੈ ਜਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਰਿਕੁਆਇਰਮੈਂਟ ਹੈ, ਅਸੀਂ ਉਹਦੇ ਅਕੋਰਡਿੰਗਲੀ ਹੀ ਐਪਲੀਕੇਸ਼ਨਸ ਇਨਵਾਈਟ ਕਰ ਰਹੇ ਨੇ। ਓਕੇ ਸਰ। ठीक है सर। बाकी सर मैं गोविंद, हेलो सर। yes sir। कंप्लीट इंफॉर्मेशन मेरे सामने पूरी इंफॉर्मेशन जी एडमिशन प्रोसेस तो सब कुछ हो गया सर, बट एक लास्ट पॉइंट राइट। ਜਿਹੜਾ ਰਹਿ ਜਾਂਦਾ ਜਿਹੜਾ ਕਿ ਬਹੁਤ ਬਹੁਤ ਇੰਪੋਰਟੈਂਟ ਹੈ। ਅਕਸਰ ਬੱਚੇ ਪੁੱਛਦੇ ਨੇ ਕਿ ਸਰ ਜੇ ਇਨ ਕੇਸ ਵੀਜ਼ਾ ਨਹੀਂ ਆ, ਇਨ ਕੇਸ ਚਲੋ ਰਾਈਟ। ਜੇ ਵੀਜ਼ਾ ਨਹੀਂ ਆਉਂਦਾ ਬੱਚੇ ਦਾ ਕਿੰਨਾ ਰਿਫੰਡ ਆਉਂਦਾ ਹੈ ਜੀ ਔਰ ਕਿੰਨੇ ਪੈਸੇ ਕੱਟੇ ਜਾਂਦੇ ਨੇ ਔਰ ਰਿਫੰਡ ਦਾ ਟਾਈਮ ਡਿਊਰੇਸ਼ਨ ਕਿੰਨਾ ਹੁੰਦਾ, ਕਿੰਨੇ ਦਿਨਾਂ 'ਚ ਸਾਡਾ ਪੈਸਾ ਸਾਨੂੰ ਵਾਪਸ ਮਿਲ ਜਾਂਦਾ? ਸੋ ਇਹ ਕੁਐਸਚਨ ਵੀ ਅਕਸਰ ਬਹੁਤ ਬੱਚਿਆਂ ਤੋਂ ਪੁੱਛਿਆ ਜਾਂਦਾ ਸਾਨੂੰ। ਸਰ ਰਿਲੇਟਡ ਟੂ ਰਿਫੰਡ ਪੋਲਿਸੀ ਯੂ ਕੈਨ ਆਰ ਸਟੂਡੈਂਟਸ ਬੱਚੇ ਜਾਂ ਤੁਸੀਂ ਸਾਡੀ ਵੈਬਸਾਈਟ ਨੂੰ ਵੀ ਰੈਫਰ ਕਰ ਸਕਦੇ ਹੋ। In case of any genuine reasons like visa refusal is one of them, we would be refunding entire tuition fee amount। जो नॉन रिफंडेबल है दैट इज ओनली एंड ओनली 150 CAD ਜਿਹੜਾ ਕਿ ਕਨਫਰਮੇਸ਼ਨ ਡਿਪੋਜ਼ਿਟ ਸਟੂਡੈਂਟ ਨੇ ਪਹਿਲਾਂ ਪੇ ਕੀਤਾ ਹੁੰਦਾ ਹੈ, ਰਾਈਟ। ਇਸ ਤੋਂ ਇਲਾਵਾ ਕੋਈ ਵੀ ਜੈਨੂਇਨ ਰੀਜ਼ਨ ਹੈ ਕਿ ਸਟੂਡੈਂਟ ਜੁਆਇਨ ਨਹੀਂ ਕਰ ਪਾ ਰਿਹਾ ਪ੍ਰੋਗਰਾਮ ਨੂੰ, ਉਸ ਕੇਸ ਦੇ ਵਿੱਚ ਯੂਨੀਵਰਸਿਟੀ depending upon the documents which would be required, university is very fast in processing those refunds। So for exact turnaround and other things, I would request you to kindly refer to the website even for our refund policies, right? Because it is provided information in detail। मतलब काफी detail ਦੇ ਵਿੱਚ ਉਹਦੇ information provided ਹੈਗੀ ਹੈ at website ਤੇ, Acadia University website ਤੇ।
But yes, for genuine cases, we Okay, would sir. be refunding the entire tuition fee amount. We are very much specific about that. Okay, ਓਕੇ ਸਰ। ਸਰ ਹੁਣ ਕੁਝ ਬੱਚਿਆਂ ਦਾ ਕੁਐਸਚਨ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਅਸੀਂ ਐਡਮਿਸ਼ਨ ਵਾਸਤੇ ਵੀਜ਼ਾ ਪ੍ਰੋਸੈਸ ਵਾਸਤੇ ਜਾਂ ਅੱਗੇ ਫਿਊਚਰ ਵਾਸਤੇ ਕੁਐਸਚਨਸ ਕਰਨੇ, ਬਟ ਅੱਜ ਇੱਕ ਕੁਐਸਚਨ ਹੋਰ ਐਡ ਹੋ ਗਿਆ ਬੱਚਿਆਂ ਜਿਹੜਾ ਸਾਡੇ ਕੋਲ ਵੀ ਸਰ ਕੋਵਿਡ-19 ਜਿਹੜਾ ਚੱਲ ਰਿਹਾ ਹੈ, ਇਸ ਤੋਂ ਬਾਅਦ ਵੀ ਸਾਡੇ ਵਾਸਤੇ ਉੱਥੇ ਮਤਲਬ ਕਦੋਂ ਕਲਾਸਾਂ ਸ਼ੁਰੂ ਹੋਣਗੀਆਂ, ਕਦੋਂ ਕੈਂਪਸ ਸਟਾਰਟ ਹੋਣਗੇ, ਇਸ ਚੀਜ਼ ਨੂੰ ਲੈ ਕੇ ਵੀ ਕੁਐਸਚਨ ਰਹਿੰਦਾ ਸਰ। ਸੋ ਬੱਚੇ ਸਾਨੂੰ ਅਕਸਰ ਪੁੱਛਦੇ ਆ, ਬਹੁਤ ਸਾਰੇ ਇਹ ਮੈਂ ਨਾਮ ਨਹੀਂ ਲਊਂਗਾ ਕਿਸੇ ਦਾ, ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਵੀ ਸਤੰਬਰ ਸਟਾਰਟ ਹੋ ਗਿਆ, ਸਤੰਬਰ ਸਟਾਰਟ ਹੋਏਗਾ। ਇਹ ਕੁਐਸਚਨ ਬੱਚਿਆਂ ਦੇ ਮਾਈਂਡ ਦੇ ਵਿੱਚ ਹੈ ਵੀ ਸਾਨੂੰ ਸਤੰਬਰ 'ਚ ਜਾਣਾ ਚਾਹੀਦਾ ਹੈ ਜਾਂ ਸਾਨੂੰ ਜਨਵਰੀ 'ਚ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਵੀ ਕੁਛ ਤੁਹਾਡੀ ਇਨਫੋਰਮੇਸ਼ਨ ਪੁੱਛਿਆ ਸਰ, ਤੁਸੀਂ ਕੀ ਗਾਈਡ ਕਰੋਗੇ ਬੱਚੇ ਨੂੰ ਸਤੰਬਰ ਅਪਲਾਈ ਕਰਨਾ ਚਾਹੀਦਾ ਹੈ? Sir, as of now, our September applications have closed. We have closed the invitation of September applications, and we are more ਓਕੇ focused ਸਰ। upon the January intakes now. ਜੋ ਸਟੂਡੈਂਟਸ ਸਾਡੇ ਸੈਪਟੈਂਬਰ ਇਨਟੇਕ ਦੇ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਜਾਂ ਐਡਮਿਸ਼ਨਸ ਹੋਈ ਸੀ, ਲਾਈਕ ਕੰਪਲੀਟ ਪ੍ਰੋਸੀਜਰ ਹੋਇਆ ਸੀਗਾ, ਉਹਨਾਂ ਵਾਸਤੇ ਅਸੀਂ ਫਾਲ ਇਨਟੇਕ ਆਫਰ ਕਰ ਹੀ ਰਹੇ ਨੇ। ਇੱਕ ਹਾਈਬ੍ਰਿਡ ਮਾਡਲ ਅਸੀਂ ਇਸ ਸਾਲ ਸਾਨੂੰ ਲਾਈਕ ਕੋਵਿਡ ਸਿਚੁਏਸ਼ਨ ਦੇ ਵਿੱਚ ਅਪਣਾਉਣਾ ਪਿਆ ਹੈ, ਜਿਸ ਕਰਕੇ ਆਨਲਾਈਨ ਸਟੱਡੀਜ਼ ਸਟੂਡੈਂਟ ਸ਼ੁਰੂ ਕਰ ਰਹੇ ਨੇ। ਜੋ ਸਟੂਡੈਂਟਸ ਕੈਂਪਸ ਪਹੁੰਚ ਸਕਦੇ ਨੇ ਲਾਈਕ ਫਰੋਮ ਕੈਨੇਡਾ ਔਰ ਫਰੋਮ ਐਨੀ ਅਦਰ ਕੰਟਰੀ ਰਾਈਟ ਨਾਓ, ਤੇ ਉਹ 21 ਸੈਪਟੈਂਬਰ 2020 ਤੋਂ ਆਪਣਾ ਫਾਲ ਇਨਟੇਕ ਸਟਾਰਟ ਯੂਨੀਵਰਸਿਟੀ ਕਰ ਰਹੀ ਹੈ ਉਹਨਾਂ ਵਾਸਤੇ। ਬਟ ਅਦਰਵਾਈਜ਼ ਬਾਕੀ ਸਟੂਡੈਂਟਸ ਵਾਸਤੇ ਵੀ ਅਸੀਂ ਓਕੇ ਸਰ। ਆਫਰ ਕਰ ਰਹੇ ਹਾਂ ਹਾਈਬ੍ਰਿਡ ਮਾਡਲ, ਰਾਈਟ। ਤੇ ਕਰੰਟਲੀ ਵੀ ਆਰ ਓਨਲੀ ਇਨਵਾਈਟਿੰਗ ਐਪਲੀਕੇਸ਼ਨ ਫॉर ਜਨਵਰੀ, ਤੇ ਆਟੋਮੈਟਿਕਲੀ ਸਰ ਹੁਣ ਸਟੂਡੈਂਟਸ ਜਿਨ੍ਹਾਂ ਦਾ ਰਿਜ਼ਲਟ ਆਏਗਾ ਜਾਂ ਜੋ ਵੀ ਸਾਡੇ ਇੰਟਰਸਟਿਡ ਸਟੂਡੈਂਟਸ ਕੰਡੀਸ਼ਨਲੀ ਵੀ ਅਪਲਾਈ ਕਰਨਾ ਚਾਹੁੰਦੇ ਨੇ, ਉਹ ਜਨਵਰੀ 2021 ਇਨਟੇਕ ਲਈ ਅਪਲਾਈ ਕਰ ਸਕਦੇ ਨੇ। ਓਕੇ ਸਰ। ਸੋ ਬੇਸਿਕਲੀ ਹੁਣ ਅਸੀਂ ਜਿਹੜੀ ਵੀ ਨਵੀਂ ਰਿਕਰੂਟਮੈਂਟ ਕਰਨੀ ਹੈ ਅਸੀਂ ਜਨਵਰੀ ਵਾਸਤੇ ਕਰਨੀ ਹੈ, ਜਨਵਰੀ 2021। ਸੋ ਯੈਸ ਸਰ, ਉਹਦੇ ਨਾਲ ਹੀ ਸਰ ਮੈਂ ਤੁਹਾਡਾ ਥੈਂਕਸ ਕਰਾਂਗਾ ਕਿ ਤੁਸੀਂ ਸਾਡੇ ਨਾਲ ਲਾਈਵ ਹੋਏ ਔਰ ਸਾਨੂੰ ਇੱਕ ਬਹੁਤ ਅੱਛੀ ਇਨਫੋਰਮੇਸ਼ਨ ਫॉर द ਕਾਲੀਆ ਯੂਨੀਵਰਸਿਟੀ ਬਾਰੇ ਦੱਸਿਆ। ਪਬਲਿਕ ਰਾਈਟ ਯੂਨੀਵਰਸਿਟੀ ਹੈ ਔਰ ਇਹਦੇ ਵਿੱਚ ਤੁਸੀਂ ਸਾਨੂੰ ਐਟਲਾਂਟਿਕ ਬਾਰੇ ਵੀ ਦੱਸਿਆ। ਜੇ ਬੱਚਾ ਅਪਲਾਈ ਕਰਦਾ ਤਾਂ ਬੱਚਾ ਆਪਦੀ ਜੋ ਪੀਆਰ ਹੈ ਐਟਲਾਂਟਿਕ ਇਮੀਗ੍ਰੇਸ਼ਨ ਦੇ ਅੰਡਰ ਵੀ ਬੜਾ ਈਜ਼ੀਲੀ ਅਪਲਾਈ ਕਰ ਸਕਦਾ ਔਰ ਬੜੀ ਜਲਦੀ ਆਪਦੀ ਪੀਆਰ ਲੈ ਸਕਦਾ। ਔਰ ਜੋ ਪ੍ਰੋਗਰਾਮ ਤੁਸੀਂ ਸਾਨੂੰ ਦੱਸੇ ਔਰ ਉਸ ਤੋਂ ਬਾਅਦ ਤੁਸੀਂ ਸਾਨੂੰ ਜੋ ਐਡਮਿਸ਼ਨ ਪ੍ਰੋਸੈਸ ਔਰ ਜੋ ਬੈਨੀਫਿਟ ਆਫ ਪਬਲਿਕ ਯੂਨੀਵਰਸਿਟੀ ਦੇ ਬਹੁਤ ਪੁਰਾਣੀ ਯੂਨੀਵਰਸਿਟੀ ਦੇ ਦੱਸੇ। ਸੋ ਮੈਂ ਇਹ ਆਸ਼ਾ ਕਰਦਾ ਵੀ ਜਿਹੜੇ ਬੱਚੇ ਅਪਲਾਈ ਕਰ ਰਹੇ ਨੇ ਉਹ ਪਲੀਜ਼ ਇੱਕ ਵਾਰ ਯੂਨੀਵਰਸਿਟੀ ਅਕਾਦਮੀਆਂ ਦੀ ਇਨਫੋਰਮੇਸ਼ਨ ਜ਼ਰੂਰ ਲੈਣ ਔਰ ਉਹਦੀ ਪ੍ਰੋਗਰਾਮ ਜ਼ਰੂਰ ਦੇਖਣ। ਜੇ ਹੋ ਸਕਦਾ ਤਾਂ ਸਾਨੂੰ ਕੰਟੈਕਟ ਕਰਨ, ਜੇ ਨਹੀਂ ਕਰਨਾ ਚਾਹੁੰਦੇ ਤਾਂ ਬਾਕਾਇਦਾ ਇੱਕ ਵਾਰ ਜ਼ਰੂਰ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਜਾ ਕੇ ਜ਼ਰੂਰ ਪ੍ਰੋਗਰਾਮ ਦੇਖਣ। ਔਰ ਸਰਾਊਂਡਿੰਗ ਕੀ ਬੱਚਿਆਂ ਵਾਸਤੇ ਇਮੀਗ੍ਰੇਸ਼ਨ ਦੇ ਪਲਾਨ ਨੇ AIPP ਦੇ ਅੰਦਰ ਕਿੱਦਾਂ ਬੱਚਾ ਜਲਦੀ ਪੀਆਰ ਲੱਗਦਾ, ਜ਼ਰੂਰ ਇਸ ਚੀਜ਼ ਨੂੰ ਇੱਕ ਵਾਰ ਜ਼ਰੂਰ ਧਿਆਨ 'ਚ। ਸੋ ਸਰ ਇਹਦੇ ਨਾਲ ਹੀ ਮੈਂ ਤੁਹਾਡਾ ਥੈਂਕਸ ਕਰਨਾ। ਸੋ ਤੁਸੀਂ ਸਾਡੇ ਨਾਲ ਰਾਈਟ ਸਰ, ਲਾਈਵ ਥੈਂਕ ਯੂ ਹੋਏ, ਵੈਰੀ ਮਚ, ਸਾਰੀ ਥੈਂਕ ਯੂ ਇਨਫੋਰਮੇਸ਼ਨ ਵੈਰੀ ਮਚ ਬੱਚਿਆਂ ਸਰ। ਨੂੰ ਸ਼ੇਅਰ ਕੀਤੀਆਂ ਔਰ ਆਈ ਹੋਪ ਵੀ ਇਹ ਇਨਫੋਰਮੇਸ਼ਨ ਬੱਚਿਆਂ ਨੂੰ ਅੱਗੇ ਹੈਲਪ ਕਰੇਗੀ ਔਰ ਬੱਚੇ ਜ਼ਰੂਰ ਇਸ ਚੀਜ਼ ਨੂੰ ਧਿਆਨ 'ਚ ਰੱਖਣਗੇ ਜਦੋਂ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ ਆਪਟ ਕਰਨਾ ਕੈਨੇਡਾ ਵਾਸਤੇ। ਤੇ ਉਦੋਂ ਆਪਟ ਕਰਦੇ ਟਾਈਮ ਪ੍ਰੋਗਰਾਮ ਔਰ ਇੰਸਟੀਟਿਊਸ਼ਨ ਔਰ ਉਸ ਤੋਂ ਬਾਅਦ ਬੱਚੇ ਦਾ ਕੀ ਫਿਊਚਰ ਹੈ, ਕੀ ਬੈਨੀਫਿਟਸ ਦਿੱਤੇ ਜਾ ਰਹੇ ਯੂਨੀਵਰਸਿਟੀ ਦੀ ਤਰਫ ਤੋਂ ਬੱਚਿਆਂ ਨੂੰ ਪਲੀਜ਼ ਧਿਆਨ 'ਚ ਰੱਖੋ। So thank you, sir. Thank you very much, sir. ਰਾਈਟ ਸਰ, ਥੈਂਕ ਯੂ ਵੈਰੀ ਮਚ। Thank you, sir. Thank you. Bye.